ਸੋ ਹਰ ਜਿਹਾ ਸੋ ਹਰ ਜਿਹਾ। ਹਰ ਹਰ ਜਨ ਦੋਈ ਏਕ ਹੈ ਵਿਵ ਵਿਚਾਰ ਸਮਾਏ। ਜਲ ਤੇ ਉਪਜਤ ਰੰਗ ਜੋ ਜਲ ਹੀ ਵਿਖੈ ਸਮਾਏ। ਇਉਂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਬਚਨ ਹੈ, ਜਿਹੜਾ ਹਰੀ ਦਾ ਸੇਵਕ ਹੈ, ਪਰਮੇਸ਼ਰ ਦਾ ਪਿਆਰਾ ਹੈ, ਉਹ ਪਰਮੇਸ਼ਰ ਵਰਗਾ ਹੀ ਹੋਇਆ ਕਰਦਾ। ਇਸ ਪ੍ਰਕਾਰ ਮਹਾਂਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਂਪੁਰਖਾਂ ਨੇ ਜਿਹੜਾ ਸਾਧੂ ਦਾ ਕਰਤੱਵ ਹੈ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬ੍ਰਹਮ ਗਿਆਨੀ ਭੇਦਪੁਰ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਂਪੁਰਖ ਛੰਨਾ ਵਾਲੇ, ਸੰਤ ਬਾਬਾ ਨਾਹਰ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਬੰਦ ਸਿੰਘ ਜੀ ਮਹਾਂਪੁਰਖ, ਇਹਨਾਂ ਦੀ ਯਾਦ ਨੂੰ ਸਮਰਪਿਤ ਬਾਣੀ ਦਾ ਇੱਕ ਬਚਨ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ 'ਚ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚ ਧਿਆਵੈ ਨਾਉ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ 3 ਵਾਰੀ ਧੰਨ ਲਫ਼ਜ਼ ਵਰਤਣਾ ਕੀਤਾ ਹੈ। ਇੱਕ ਵਾਰੀ ਧੰਨ ਕਹਿ ਦਿੰਦੇ ਸਰ ਜਾਂਦਾ ਹੈ, 2 ਵਾਰੀ ਧੰਨ ਕਹਿੰਦੇ ਤਾਂ ਵੀ ਸਰ ਜਾਂਦਾ। ਸੱਚੇ ਪਾਤਸ਼ਾਹ ਦਾ ਇੱਥੇ ਕਹਿਣ ਦਾ ਭਾਵ ਕੀ ਹੈ? ਮਹਾਰਾਜ ਕਹਿੰਦੇ ਜਦੋਂ ਸਾਧੂ ਸੰਸਾਰ ਵਿੱਚ ਜਨਮ ਧਾਰਨ ਕਰਦਾ ਹੈ ਨਾ, ਰੱਬ ਦਾ ਪਿਆਰਾ, ਉਹ ਧਰਤੀ ਨੂੰ ਠਾਰ ਦਿੰਦਾ ਹੈ। ਕਿਉਂਕਿ ਧਰਤੀ ਵਿੱਚ ਜਿਵੇਂ ਭਾਈ ਗੁਰਦਾਸ ਨੇ ਵੀ ਬਹੁਤ ਸਾਰੇ ਪ੍ਰਮਾਣ ਦੇ ਕੇ ਦਰਹਾਉਣਾ ਕੀਤਾ ਹੈ, ਭਾਰੇ ਭੋਏ ਅਕਿਰਤ ਕਣ ਮੰਦੀ ਹੋ ਮੁੰਦੇ। ਜਿਹੜੇ ਲੋਕ ਰੱਬ ਨੂੰ ਵਿਸਾਰ ਦਿੰਦੇ ਨੇ, ਅਕਿਰਤ ਕਣ ਬਣ ਜਾਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਕਲ ਮਲ ਹੋਈ ਮੇਦਨੀ ਅਰਦਾਸ ਕਰੇਲੇ ਬਿਲਾਏ। ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿ ਸੁਪਾਏ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਨਾਨਕ ਭਰਮ ਪੈ ਮਿਟ ਗਏ ਰਮਨ ਰਾਮ ਭਰਪੂਰ। ਕੌਣ ਭੁੱਲਿਆ ਦੁਨੀਆ ਦਾ ਜਿਹੜਾ ਬੰਦਗੀ ਕਰਨ ਵਾਲਾ, ਜਿਹੜਾ ਸੰਸਾਰ ਵਿੱਚ ਆ ਗਿਆ, ਬੰਦਗੀ ਕੀਤੀ, ਇਸਨੇ ਆਪਣਾ ਆਪਾ ਭਾਵ ਕੇ ਗੁਰੂ ਨੂੰ ਸਮਰਪਿਤ ਕਰ ਦਿੱਤਾ। ਰਹਿੰਦੀ ਦੁਨੀਆ ਤੱਕ ਲੋਕੀ ਨੂੰ ਜਾਣਦੇ ਨੇ, ਜਾਣਨਗੇ ਤੇ ਜਾਣਦੇ ਰਹਿਣਗੇ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਬਾਰ ਸਜਿਆ ਪਿਆ, ਬਹੁਤ ਸਾਰੇ ਗੁਰਸਿੱਖ ਸੇਵਕ ਬੈਠੇ ਨੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਨਾਮ ਦੀ ਜਿਹੜੀ ਵਡਿਆਈ ਦਰਹਾਉਣਾ ਕੀਤੀ। ਨਾਮ ਭਾਵੇਂ ਕਿਸੇ ਮਜ਼ਹਬ ਵਿੱਚੋਂ ਪੈਦਾ ਹੋ ਕੇ ਜਪ ਲਓ, ਕਿਸੇ ਜਾਤੀ ਵਿੱਚੋਂ ਪੈਦਾ ਹੋ ਕੇ ਜਪ ਲਓ, ਕਿਸੇ ਧਰਮ ਵਿੱਚ ਪੈਦਾ ਹੋ ਕੇ ਜਪ ਲਓ, ਤੇ ਕਿਸੇ ਸ਼੍ਰੇਣੀ ਵਿੱਚ ਪੈਦਾ ਹੋ ਕੇ ਜਪ ਲਓ। ਕੋਈ ਜਪ ਲੇ, ਬੱਚਾ ਜਪੇ, ਜਵਾਨ ਜਪੇ, ਬਜ਼ੁਰਗ ਜਪੇ, ਕੋਈ ਜਪੇ ਭਾਵ ਕੇ, ਕਿਸੇ ਅਰ ਜਾਵੇ ਜਪ ਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਨੇ ਆਪਣੀ ਜਗ੍ਹਾ ਪ੍ਰਗਟ ਹੋ ਜਾਣਾ ਹੈ। 8 ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਨਾਮ ਦੀ ਇੱਕ ਐਸੀ ਤਾਕਤ ਹੈ ਸੰਗਤ ਜੀ, ਬਾਕੀ ਸਾਰਾ ਕੁਝ ਛੁਪਾਇਆ ਤੇ ਛੁਪ ਸਕਦਾ ਹੈ, ਲੁਕੋਇਆ ਜਾ ਸਕਦਾ ਹੈ। ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਨੇ ਭਾਵਾਂ ਕਿ ਉਹਨਾਂ ਵਕਤ ਵਿੱਚ, ਉਹਨਾਂ ਸਮਿਆਂ ਦੇ ਵਿੱਚ ਬਹੁਤੇ ਭਾਵ ਕਿ ਆਬਾਦੀ ਨਹੀਂ ਸੀ ਹੁੰਦੀ, ਉਹ ਲੁਕ ਲੁਕ ਕੇ ਬੰਦਗੀ ਕਰਿਆ ਕਰਦੇ ਸੀ। ਪਰ ਕੌਣ ਭੁੱਲਿਆ ਅੱਜ? ਕੌਣ ਨਹੀਂ ਜਾਣਦਾ ਉਹਨਾਂ ਨੂੰ? ਕੌਣ ਭੁੱਲਿਆ ਸੰਤ ਮਹਾਰਾਜ ਬਾਬਾ ਈਸਾ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ? ਕੌਣ ਭੁੱਲਿਆ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਖਾਂ ਨੂੰ? ਜਿੱਥੇ ਜਾਣਾ ਇੰਨਾ ਵੱਡਾ ਬਰਾਗੀ ਤੇ ਤਿਆਗੀ ਜੀਵਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦਾ, ਨਾਨਕਸਰ ਕਲੇਰਾਂ ਵਾਲਿਆਂ ਦਾ। ਜਿੱਥੇ ਜਾਣਾ ਛੱਪਰ ਬਣਾ ਕੇ ਰਹਿਣਾ, ਜਾਣ ਲੱਗਿਆ ਤਿਆਗ ਦੀ ਮੂਰਤ ਨੇ ਛੱਪਰੀ ਨੂੰ ਵੀ ਅੱਗ ਲਾ ਜਾਣੀ। ਐਡੀ ਵੱਡੀ ਭਾਵਕ ਉਹਨਾਂ ਦੀ ਆਸਥਾ ਸੀ ਮਹਾਂਪੁਰਖਾਂ ਦੀ। ਕੌਣ ਭੁੱਲਿਆ ਅੱਜ? ਦੁਨੀਆ ਕੋਨੇ ਕੋਨੇ ਵਿੱਚ ਬੈਠੇ ਚੇਤੇ ਕਰਦੀ ਉਹਨੂੰ। ਬੰਦਗੀ ਦੀ ਤਾਕਤ ਹੈ ਨਾ। ਇਸ ਕਰਕੇ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਨੂੰ ਕੌਣ ਭੁੱਲਿਆ? ਉਹ ਭਾਵਾਂ ਕਿ ਲੁਕ ਛੁਪ ਕੇ ਬੰਦਗੀ ਕਰਦੇ ਹੁੰਦੇ ਸਨ, ਆਪਣਾ ਆਪ ਨੂੰ ਛੁਪਾ ਕੇ ਬੰਦਗੀ ਕਰਨੀ, ਪਰ ਬੰਦਗੀ ਇਜ਼ਹਾਰ ਹੋ ਜਾਂਦੀ ਹੈ। ਰੋ ਵਿਚਾਰ ਸਮਾਂ ਸੀਮਤ ਹੈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਸਜਿਆ ਪਿਆ, ਸਾਰੀ ਸੰਗਤ ਆ ਕੇ ਨਮਸਕਾਰ ਕਰਕੇ ਬੈਠ ਜਾਂਦੀ ਹੈ ਮਹਾਰਾਜ ਨੂੰ। ਮਹਾਰਾਜ ਨੇ ਅਚਨਚੇਤ ਇੱਕ ਸਵਾਲ ਕੀਤਾ ਭਰੀ ਸੰਗਤ ਦੇ ਵਿੱਚ, ਖਾਲਸਾ ਜੀ, ਜਿਸ ਵੇਲੇ ਸਾਡੇ ਦੇਸ਼ ਵਿੱਚ ਭਗਤ ਕਬੀਰ ਸਾਹਿਬ ਹੋਏ ਨੇ, ਉਸ ਵੇਲੇ ਦਾ ਬਾਦਸ਼ਾਹ ਕੌਣ ਸੀ? ਸ਼ਾਇਦ ਸਾਨੂੰ ਵੀ ਘੱਟ ਪਤਾ ਹੋਵੇ। ਠੀਕ ਹੈ, ਕੋਈ ਪੜ੍ਹੇ ਲਿਖੇ ਨੂੰ ਕਿਸੇ ਯਾਦ ਹੋਵੇ ਗੱਲ ਵੱਖਰੀ ਹੈ, ਪਰ ਬਹੁਤਾਤ ਘੱਟ ਚੇਤਾ ਹੁੰਦਾ ਹੈ।
ਭਰੀ ਸਭਾ ਲੱਗੀ ਪਈ ਹੈ। ਦਸ਼ਮੇਸ਼ ਪਿਤਾ ਮਹਾਰਾਜ ਜੀ ਸਵਾਲ ਕਰਦੇ ਨੇ, ਖਾਲਸਾ ਜੀ ਕੌਣ ਸੀ ਇਸ ਵੇਲੇ ਦਾ ਬਾਦਸ਼ਾਹ? ਬਹੁਤ ਸਾਰੇ ਸਿੰਘਾਂ ਨੇ ਆਪੋ ਆਪਣੇ ਜਵਾਬ ਦੇਣਾ ਕੀਤੇ। ਕੋਈ ਕਹੇ ਸੱਚੇ ਪਾਤਸ਼ਾਹ ਹਿਮਾਯੂ ਬਾਦਸ਼ਾਹ ਸੀ, ਕੋਈ ਅਕਬਰ ਕਹੇ, ਕੋਈ ਸਿਕੰਦਰ ਕਹੇ, ਕੋਈ ਕਿਸੇ ਦਾ ਨਾਮ ਲਵੇ, ਕੋਈ ਕਿਸੇ ਦਾ ਨਾਮ ਲਵੇ। ਮਹਾਰਾਜ ਕਹਿੰਦੇ ਇੱਕ ਸੋਚਣ ਵਾਲੀ ਗੱਲ ਇਹ ਹੈ, ਇੱਕ ਅੱਖਾਂ ਦੀ ਕੁੱਲੀ ਵਿੱਚ ਰਹਿ ਕੇ ਕਬੀਰ ਭਗਤ ਆਪਣਾ ਜਿਹੜਾ ਵਕਤ ਗੁਜ਼ਾਰਦਾ ਹੈ, ਨਾ ਕੋਈ ਜਾਤ ਉੱਚੀ ਹੈ, ਨਾ ਕੋਈ ਪਾਤ ਹੈ, ਨਾ ਕੋਈ ਇੱਜ਼ਤ ਹੈ, ਨਾ ਕੋਈ ਰਿਸ਼ਤਾ ਨਾਤਾ ਬਹੁਤਾ ਦੁਨੀਆ ਦੇ ਨਾਲ, ਪਰ ਸਾਰੇ ਭਗਤ ਕਬੀਰ ਸਾਹਿਬ ਨੂੰ ਜਾਣਦੇ ਨੇ। ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਅੱਗੇ ਸਿਰ ਝੁਕਾਉਂਦੇ ਹੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਇੱਥੇ ਸਿਰ ਝੁਕ ਜਾਂਦਾ ਹੈ, ਭਗਤ ਕਬੀਰ ਸਾਹਿਬ ਜੀ ਅੱਗੇ ਝੁਕ ਜਾਂਦਾ ਹੈ, ਨਾਮਦੇਵ ਜੀ ਅੱਗੇ ਝੁਕ ਜਾਂਦਾ ਹੈ, ਰਵਿਦਾਸ ਭਗਤ ਜੀ ਅੱਗੇ ਝੁਕ ਜਾਂਦਾ ਹੈ। ਤੇ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਕਬੀਰ ਖੱਡੀ ਬੁਣ ਕੇ ਗੁਜ਼ਾਰਾ ਕਰਦਾ। ਨਾ ਕੋਈ ਜਾਤ ਉੱਚੀ ਹੈ, ਨਾ ਕੋਈ ਪਾਤ ਹੈ, ਕੋਈ ਮਾਣ ਨਾ ਇੱਜ਼ਤ। ਭਗਤ ਕਬੀਰ ਸਾਹਿਬ ਨੇ ਤਾਂ ਖੁਦ ਆਪਣੇ ਮੂੰਹ ਕਹਿਣਾ ਕੀਤਾ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇਹਾਰ, ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਜੁਲਾਹਿਆਂ ਦੀ ਜਾਤ ਭੋਲੀ ਮੰਨੀ ਜਾਂਦੀ ਸੀ ਪੁਰਾਣੇ ਸਮਿਆਂ ਦੇ ਵਿੱਚ। ਹੁਣ ਤਾਂ ਵੈਸੇ ਸਾਰੀਆਂ ਜਾਤਾਂ ਪਾਤਾਂ ਪੜ੍ਹ ਲਿਖ ਗਈਆਂ, ਸਾਰੇ ਇੱਜ਼ਤ ਆਬਰੋ ਵਰਗੇ ਵਾਲੇ ਬਣ ਗਏ, ਸੋਝੀ ਆ ਗਈ। ਕਿਉਂਕਿ ਜਿਉਂ-ਜਿਉਂ ਸਮਾਂ ਬਦਲਦਾ ਹੈ ਤਿਉਂ-ਤਿਉਂ ਉਹ ਸਾਡੇ ਤੇ ਅਸਰ ਕਰਦਾ ਹੈ। ਭਗਤ ਜੀ ਕਹਿੰਦੇ ਸਾਡੇ ਲੋਕਾਂ ਦੀ ਜਾਤ ਭੋਲੀ ਹੁੰਦੀ ਸੀ, ਸਾਰੇ ਦੇਖ ਕੇ ਹੱਸਦੇ ਹੁੰਦੇ ਸਨ, ਪਰ ਕਹਿੰਦੇ ਮੈਂ ਕੁਰਬਾਨ ਜਾਣਾ ਇਸ ਜਾਤ ਤੋਂ ਜਿਹੜੀ ਜਾਤ ਨੇ ਮੈਨੂੰ ਕਬੀਰ ਜੁਲਾਹੇ ਤੋਂ ਭਗਤ ਕਬੀਰ ਕਹਾ ਦਿੱਤਾ। ਤੇ ਆਪਣੀ ਕਲਮ ਦੁਆਰਾ ਭਗਤ ਕਬੀਰ ਸਾਹਿਬ ਜੀ ਆਪਣੇ ਮੁਖ ਹਰਬਿੰਦ ਤੋਂ ਉਚਾਰਨ ਕਰਦੇ ਨੇ, ਵਾ 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 ਜਾਤ ਜੁਲਾਹੇ ਦੀ, ਵਾ 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 ਜਾਤ ਜੁਲਾਹੇ ਦੀ। ਜਾਤ ਜੁਲਾਹੇ ਦੀ, ਵਾ 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 ਜਾਤ ਜੁਲਾਹੇ ਦੀ। ਜਾਤ ਜੁਲਾਹੇ ਦੀ, ਜਾਤ ਜੁਲਾਹੇ ਦੀ, ਜਾਤ ਜੁਲਾਹੇ ਦੀ, ਵਾ 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 ਜਾਤ ਜੁਲਾਹੇ ਦੀ। ਜਿਨੇ ਭਗਤ ਕਬੀਰ ਸੁਧਾਇਆ, ਜਿਨੇ ਭਗਤ ਕਬੀਰ ਸੁਧਾਇਆ, ਜਾਤ ਜੁਲਾਹੇ ਦੀ, ਵਾ 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 ਜਾਤ ਜੁਲਾਹੇ ਦੀ। ਜਿਨੇ ਭਗਤ ਕਬੀਰ ਜਾਤ ਵਾ 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 सबको हंसने बलिहारी इस जात को जप्यो सिरजनहार। भगतां ने अपनी जात किते छुपाउणा नहीं कीती। रविदास जी ने उच्ची बांह करके कहना कीता मैं चमार जाति विचों जन्म लिया, पर संगत जी नामदेव जी उच्ची बांह करके कहते ने मैं शिंबे घराने विचों जन्म लिया। हिनड़ी जात मेरी जात विराया, छिपे के जन्म काहे को आया। लै कमली चलियो पलटारे, देवरे पाछे बैठा जाए। ज्यों ज्यों नामा हर गुण चरै, भगत जना को देहरा फिरै। किसे भगत ने जात नहीं सदाई, अपनी जात छुपाउणा नहीं कीती। पर सच्चे पातशाह साहिब श्री गुरु नानक देव महाराज तो लैके गुरु ग्रंथ साहिब सच्चे पातशाह दा सानू अज तक दा उपदेश यह है, भलिया पुरुषा तेरी जात नहीं, तेरा कर्म ही तेरी जात है। माड़े कर्म करेगा ते माड़ा जाति दा मन्निया जावेगा, महान काम करेगा ते महान हो जाएगा।
ਜਿਸ ਦੀ ਵੀ ਗੱਲ ਕਰ ਲਈ ਸੱਚੇ ਪਾਤਸ਼ਾਹ ਮਹਾਰਾਜ ਨੇ ਜੇ ਗੱਲ ਕੀਤੀ ਹੈ ਜਾਤ ਦੀ ਤਾਂ ਤੇ ਕਰਮਾਂ ਦੀ ਜਾਤ ਦੀ ਗੱਲ ਕੀਤੀ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਇਹ ਵਿੱਚੋਂ ਇਹ ਕੁਛ ਖਤਮ ਕੀਤਾ। ਰੋਹ ਵਿਚਾਰ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਕਬੀਰ ਗੁਜ਼ਾਰਾ ਕਰਦਾ ਖੱਡੀ ਬੁਣ ਕੇ। ਨਾ ਜਾਤ ਚੱਜਦੀ ਹੈ, ਨਾ ਪਾਤ ਚੱਜਦੀ ਹੈ, ਨਾ ਉੱਚਾ ਕੋਈ ਮਹਾਨ ਹੈ, ਨਾ ਪੈਸੇ ਵਾਲਾ ਧਨੀ ਹੈ, ਪਰ ਲੋਕੀ ਕਬੀਰ ਸਾਹਿਬ ਨੂੰ ਜਾਣਦੇ ਨੇ। ਸੱਚ ਕਰ ਜਾਣਿਓ ਉਸ ਵੇਲੇ ਦਾ ਬਾਦਸ਼ਾਹ ਕੌਣ ਸੀ। ਸਾਰਿਆਂ ਨੇ ਆਪਣੇ ਆਪਣੇ ਸਵਾਲਾਂ ਦੇ ਜਵਾਬ ਦੇਣਾ ਕੀਤੇ। ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਮਹਾਨ ਕੌਣ ਹੋਇਆ, ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਨੇ ਬੁਲਾਈ। ਕੌਣ ਉੱਚਾ ਹੋਇਆ, ਮਹਾਨ ਹੋਇਆ, ਮਾਇਆ ਉੱਚੀ ਹੋਈ ਕਿ ਨਾਮ ਹੋਇਆ? ਨਾਮ ਦੀ ਤਾਕੀਦ ਕਰਨਾ ਕੀਤੀ ਹੈ। ਸੋ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਸ ਵੇਲੇ ਦਾ ਬਾਦਸ਼ਾਹ ਸੀ ਸਿਕੰਦਰ ਲੋਧੀ ਬਾਦਸ਼ਾਹ, ਜਿਹੜਾ ਸਾਰੇ ਦੇਸ਼ ਨੂੰ ਜਿੱਤਣ ਵਾਲਾ ਸੀ। ਪਰ ਹਕੀਕਤ ਵਿੱਚ ਗੱਲ ਇਹ ਹੈ ਬੰਦਗੀ ਕਰਕੇ ਕਬੀਰ ਨੀਚ ਜਾਤੀ ਵਿੱਚੋਂ ਪੈਦਾ ਹੋ ਕੇ ਮਹਾਨ ਬਣ ਗਿਆ। ਤੇ ਸੰਗਤ ਜੀ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ। ਅੱਜ ਭਾਵੇਂ ਕੋਈ ਲੱਖਾਂ ਯਤਨ ਕਰ ਲੇ, ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹਨਾਂ ਨੂੰ ਛੁਪਾਉਣ ਦਾ, ਕਿਉਂਕਿ ਨਿੰਦਕ ਤਾਂ ਨਾਲ ਹੀ ਪੈਦਾ ਹੁੰਦੇ ਨੇ ਨਾ ਜਿਹੜੇ ਨਿੰਦਿਆ ਕਰਨ ਵਾਲੇ ਨੇ। ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾ ਕੇ ਹਿਰਦੈ ਵਸਿਆ ਤੂੰ ਕਰਦੇ ਤਾਂ ਕੀ ਤੈ ਆਸ ਪੁਜਾਈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ। ਆਓ ਇੱਕ ਧਾਰਨ ਪੜ੍ਹ ਕੇ ਸਮਾਪਤੀ ਕਰੀਏ। ਸਤਿਕਾਰਯੋਗ ਸਾਡੇ ਬਹੁਤ ਹੀ ਪਿਆਰੇ ਭਾਈ ਗੁਰਬੀਰ ਸਿੰਘ ਜੀ ਜੋ ਕਿ ਸੰਤ ਬਾਬਾ ਸਰੂਪ ਸਿੰਘ ਜੀ ਦੇ ਸੁਪੁੱਤਰ ਉਹ ਪਹੁੰਚ ਚੁੱਕੇ ਨੇ, ਜਿਨ੍ਹਾਂ ਦੀ ਕਾਫੀ ਲੰਮੇ ਸੋ ਆਪ ਸੰਗਤਾਂ ਨੂੰ ਉਡੀਕ ਸੀ। ਸੋ ਆਓ ਆਪਾਂ ਉਸ ਤੋਂ ਉਪਰੰਤ ਉਹਨਾਂ ਨੂੰ ਬੇਨਤੀ ਕਰਾਂਗੇ। ਆਓ ਸੰਗਤ ਜੀ ਬਾਣੀ ਸਾਨੂੰ ਗੱਲ ਕਰਦੀ ਹੈ, ਸਤਿਗੁਰੂ ਸਾਨੂੰ ਪ੍ਰੇਰਦੇ ਨੇ, ਨਾਮ ਦੀ ਤਾਕੀਦ ਕਰਦੇ ਨੇ। ਭਾਈ ਜੇ ਦੁਨੀਆ 'ਚ ਕੋਈ ਮਹਾਨ ਹੋਇਆ ਤਾਂ ਬੰਦਗੀ ਕਰਨ ਵਾਲਾ, ਕੋਈ ਉੱਤਮ ਹੋਇਆ ਤਾਂ ਬੰਦਗੀ ਕਰਨ ਵਾਲਾ। ਨਾਮ ਵਿੱਚ ਇੰਨੀ ਕੁ ਤਾਕਤ ਹੈ, ਨਾਮ ਨੀਚ ਜਾਤ ਤੋਂ ਵੀ ਮਹਾਨ ਬਣਾ ਦਿਆ ਕਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਬੰਦਗੀ ਕਰ, ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਸੋ ਇਸ ਕਰਕੇ ਬਾਣੀ ਦਾ ਸਾਨੂੰ ਫੈਸਲਾ ਸੱਚੇ ਪਾਤਸ਼ਾਹ ਸਾਨੂੰ ਬਚਨ ਕਰਦੇ ਨੇ ਭਾਈ ਮਾਇਆ ਦੀ ਸੋਭਾ ਚਾਰ ਦਿੰਦੀ ਹੈ। ਜੇ ਸਦੀਵੀ ਸੋਭਾ ਪ੍ਰਾਪਤ ਕਰਨੀ ਚਾਹਣਾ ਤਾਂ ਬੰਦਗੀ ਕਰ, ਰੱਬ ਦੀ ਇਬਾਦਤ ਕਰ, ਸਿਮਰਨ ਕਰ, ਸੇਵਾ ਕਰ, ਭਗਤੀ ਕਰ, ਤਾਂ ਦੁਨੀਆ ਤੇ ਮਹਾਨ ਬਣ ਜਾਏਗਾ। ਸੋ ਆਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨਾ। ਭਾਈ ਬਾਣੀ ਦਾ ਬਚਨ ਹੈ ਜਿਨ ਹਰ ਜਪਿਆ ਸੇ ਹਰ ਹੋਏ। ਹਰ ਮਿਲਿਆ ਕੇਲ ਕਿਲਾਲੀ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਨੇ ਬੁਲਾਈ। ਬਾਣੀ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਕੀਦ ਕਰਦੇ ਨੇ। ਸੋਈ ਹੈ ਵੱਡਾ ਜਿਨੇ ਰਾਮ ਲੈ ਬੁਲਾਈ। ਸੋਈ ਹੈ ਵੱਡਾ ਜੀ ਜਿਨੇ ਰਾਮ ਲੈ ਬੁਲਾਈ। जी ने
ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਤਕੀਦ ਕਰਦੇ ਨੇ, ਸੁਆਓ ਸਾਧ ਸੰਗਤ ਜੀ ਗੁਰਮਤਿ ਦੀਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਬੇਅੰਤ ਹੀ ਭੁੱਲਾ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਆਪ ਸੰਗਤਾਂ ਦੇ ਦਰਸ਼ਨ ਕਰਾਏ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਗੁਰੂ ਚਰਨਾਂ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਸਾਨੂੰ ਜੋੜਦੇ ਰਹਿਣ, ਕਿਉਂਕਿ ਸਾਧੂ ਦਾ ਕਰਮ ਹੈ ਭੁੱਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਬੜਾਈ। ਸੁਆਓ ਸਤਿਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ, ਜੋ ਕਿ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਮਹਾਂਪੁਰਖਾਂ ਦੇ ਸੁਪੁੱਤਰ, ਸੋ ਸਟੇਜ ਤੇ ਪਹੁੰਚ ਚੁੱਕੇ ਹਨ। ਆਓ ਮਹਾਂਪੁਰਖਾਂ ਨੂੰ ਬੇਨਤੀ ਕਰੀਏ, ਬਾਬਾ ਜੀ ਕਰੋ ਕਿਰਪਾ, ਸੰਗਤ ਨੂੰ ਨਿਹਾਲ ਕਰੋ, ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬਖਸ਼ੋ ਅਸੀਸ ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਸ਼੍ਰੀ ਵਾਹਿਗੁਰੂ। तुद आगे अरदास हमारी, जियो पिंड सब तेरा, कहो नानक सब तेरी वडियाई, कोई नाओ न जाने मेरा। जिथे बसन साध जन, सो थान सुहंदा, ओ सेवन समरथ अपना, बिन सै सब मंदा। जिथे जाए बहे मेरा सतगुरु, सो थान सुहावा राम राजे। जिथे बैसन साध जन, सो थान सुहंदा। इस धरती नूं आओ सारी संगत सिजदा करिए, जिथे बाणी दा जाप, जिथे रब प्यारियां ने आके बंदगी कीती है। किरपालपुरे दिए धरतीए, तेनू बंदना बारो बार करां।
ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਬਾਰੋ ਬਾਰ ਕਰਾਂ ਬਾਰੋ ਬਾਰ ਕਰਾਂ ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਬਾਰੋ ਬਾਰ ਕਰਾਂ ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਬਾਰੋ ਬਾਰ ਕਰਾਂ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾਂ ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾਂ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾਂ ਜਿੱਥੇ ਆਏ ਰੱਬ ਦੇ ਪਿਆਰੇ ਜਿੱਥੇ ਆਏ ਸੰਤ ਪਿਆਰੇ ਜਿੱਥੇ ਆਏ ਰੱਬ ਦੇ ਪਿਆਰੇ ਜਿੱਥੇ ਆਏ ਸੰਤ ਪਿਆਰੇ ਆਏ ਰੱਬ ਦੇ ਪਿਆਰੇ ਜਿੱਥੇ ਆਏ ਸੰਤ ਪਿਆਰੇ ਜਿਨ੍ਹਾਂ ਲਾਏ ਨਾਮ ਨਜ਼ਾਰੇ ਲਾਏ ਨਾਮ ਨਜ਼ਾਰੇ ਲਾਏ ਨਾਮ ਨਜ਼ਾਰੇ ਜਿਨ੍ਹਾਂ ਲਾਏ ਨਾਮ ਨਜ਼ਾਰੇ ਜਿਨ੍ਹਾਂ ਲਾਏ ਨਾਮ ਨਜ਼ਾਰੇ ਲਾਏ ਨਾਮ ਨਜ਼ਾਰੇ ਲਾਏ ਨਾਮ ਨਜ਼ਾਰੇ ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਬਾਰੋ ਕਿਰਪਾਲਪੁਰੇ ਦੀਏ ਧਰਤੀਏ ਤੈਨੂੰ ਬੰਦਨਾ ਬਾਰੋ ਬਾਰ ਕਰਾਂ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾਂ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾਂ ਕਿਰਪਾਲਪੁਰੇ ਦੀ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾਂ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਓ ਸੇਵਨ ਸਿਮਰਤ ਆਪਣਾ ਬਿਨ ਸਹਿ ਸਭ ਮੰਦਾ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਰੱਬ ਦੇ ਪਿਆਰਿਆਂ ਨੇ ਉਹ ਜਗ੍ਹਾ ਲੱਭੀ ਹੋਰ ਇੱਥੇ ਆ ਕੇ ਕੀ ਕੀਤਾ ਗੁਰਸਿੱਖਾਂ ਕੀ ਘਾਲਣਾ ਕੀਤੀ ਥਾਂ ਇੱਥੇ ਜਿਨ ਹਰ ਨਾਮ ਧਿਆਵਾ ਜਿਨ੍ਹਾਂ ਨੇ ਆ ਕੇ ਨਾਮ ਧਿਆਇਆ ਫਿਰ ਕੀ ਕਹਿੰਦੇ ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਸੰਤ ਬਾਬਾ ਨਾਰ ਸਿੰਘ ਜੀ ਸੰਤ ਮਹਾਰਾਜ ਬਾਬਾ ਬੰਤ ਸਿੰਘ ਜੀ ਤਿਨਾਂ ਦੀ ਮਹਾਨ ਕਮਾਈ ਨੂੰ ਸਿਜਦਾ ਕਰਨ ਵਾਸਤੇ ਆਈ ਸਮੂਹ ਸਾਧ ਸੰਗਤ ਗੁਰਦੁਆਰਾ ਕਿਰਪਾਲਪੁਰਾ ਸਾਹਿਬ ਦੀ ਧਰਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਬਾਣੀ ਦੇ ਜਾਪ ਚੱਲ ਰਹੇ ਨੇ 1 ਮਹੀਨੇ ਤੋਂ ਲਗਾਤਾਰ ਸੰਤ ਬਾਬਾ ਬਲਜੀਤ ਸਿੰਘ ਜੀ ਬੜਾ ਆਨੰਦ ਵਰਤਾ ਰਹੇ ਨੇ ਜਿੱਥੇ ਅੱਜ 29-30 ਤਰੀਕ ਹੋ ਚੁੱਕੀ ਹੈ 30 ਤਰੀਕ ਤੱਕ ਲਗਾਤਾਰ ਕਿੰਨੇ ਮਹਾਂਪੁਰਸ਼ ਆਏ ਨੇ ਆਓ ਇਸ ਧਰਤੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਰੱਬ ਦੇ ਪਿਆਰਿਆਂ ਨੂੰ ਸਾਰੀ ਹੀ ਸੰਗਤ ਸਿਜਦਾ ਕਰੋ ਦੋਵੇਂ ਹੱਥ ਜੋੜੋ ਰਸਨਾ ਪਵਿੱਤਰ ਕਰੋ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੰਗਤ ਬੈਠੀ ਹੈ, ਸਾਰੇ ਇੱਕ ਵਾਰੀ ਫੇਰ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਬਾਬਾ ਵਿਸ਼ਾਖਾ ਸਿੰਘ ਜੀ ਬੜੇ ਹੀ ਪਿਆਰ ਦੇ ਨਾਲ ਸੋਈ ਜਨ ਵੱਡਾ ਜਿਨ ਰਾਮ ਲਿਵ ਲਾਈ ਹੈ। ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਇਹ ਕੀਰਤਨ ਸੁਣ ਰਹੇ ਸੀ। ਪੈਸੇ ਦੇ ਨਾਲ, ਵੋਟਾਂ ਦੇ ਨਾਲ ਸਾਧ ਸੰਗਤ ਆਪਾਂ ਦੁਨਿਆਵੀ ਅਹੁਦਾ ਕਿਸੇ ਨੂੰ ਦੇ ਸਕਦੇ ਹਾਂ, ਪਰ ਪੈਸੇ ਦੇ ਨਾਲ, ਵੋਟਾਂ ਦੇ ਨਾਲ ਕੋਈ ਸੰਤ ਨਹੀਂ ਬਣ ਸਕਦਾ, ਕੋਈ ਰੱਬ ਦਾ ਫਕੀਰ ਨਹੀਂ ਬਣ ਸਕਦਾ। ਜਿਵੇਂ ਕਿਸੇ ਕੋਲ ਮਾਇਆ ਹੋਵੇ, ਵੋਟਾਂ ਹੋਣ, ਉਹ ਦੁਨਿਆਵੀ MP MLA ਤੇ ਬਣ ਜਾਏਗਾ, ਪਰ ਜਿਹਦੇ ਕੋਲ ਬੰਦਗੀ ਦਾ ਖਜ਼ਾਨਾ ਹੋਵੇ ਉਹੀ ਰੱਬ ਦਾ ਪਿਆਰਾ ਸੰਤ ਬਣ ਸਕਦਾ ਹੈ। ਆਮ ਤੌਰ ਤੇ ਅੱਜ ਦੁਨੀਆ ਕਹਿ ਦਿੰਦੀ ਹੈ ਵੀ ਸੰਤਾਂ ਦੀ ਕੀ ਲੋੜ ਹੈ, ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਸਾਨੂੰ ਵੀ ਕਈ ਇਸ ਤਰ੍ਹਾਂ ਦੇ ਮਿਲ ਜਾਂਦੇ ਨੇ ਜੀ, ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਵਿੱਚ ਕੀ ਹਰਜ ਹੈ। ਤੇ ਮੈਂ ਇੱਕ ਬੇਨਤੀ ਕਰਦਾ ਵੀ ਕਿਤਾਬਾਂ ਤੇ ਬਾਜ਼ਾਰ ਵਿੱਚ ਬਹੁਤ ਮਿਲਦੀਆਂ, ਫਿਰ ਟੀਚਰ ਕੋਲ ਜਾਣ ਦੀ ਕੀ ਲੋੜ ਹੈ। ਕਿਤਾਬਾਂ ਤੇ ਬਹੁਤ ਮਿਲਦੀਆਂ ਨੇ, ਤੁਸੀਂ ਸਿੱਧਾ ਕਿਤਾਬਾਂ ਲੈ ਕੇ ਪੜ੍ਹਨਾ ਸ਼ੁਰੂ ਕਰ ਦਿਓ, ਫਿਰ ਟੀਚਰ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ। ਜਿਸ ਤਰ੍ਹਾਂ ਕਿਤਾਬਾਂ ਦਾ ਗਿਆਨ ਹਾਸਲ ਕਰਨਾ ਹੈ ਤੇ ਸਾਧ ਸੰਗਤ ਟੀਚਰ ਕੋਲ ਜਾਣਾ ਪੈਣਾ, ਇਸੇ ਤਰ੍ਹਾਂ ਰੱਬ ਦਾ ਗਿਆਨ ਹਾਸਲ ਕਰਨਾ ਤੇ ਰੱਬ ਦੇ ਪਿਆਰਿਆਂ ਕੋਲ ਜਾਣਾ ਪੈਣਾ। ਸਿੱਧਾ ਕਿਸੇ ਦੀ ਪ੍ਰਧਾਨ ਮੰਤਰੀ ਤੱਕ ਪਹੁੰਚ ਨਹੀਂ ਹੁੰਦੀ, ਕੋਈ ਨਾ ਕੋਈ ਵਿੱਚ ਜ਼ਰੂਰ ਪਾਉਂਦਾ ਆ ਬੰਦਾ। ਇਸੇ ਤਰੀਕੇ ਨਾਲ ਇਹ ਤੇ ਦੁਨਿਆਵੀ ਝੂਠੇ ਮੰਤਰੀ ਨੇ ਜਿਨ੍ਹਾਂ 5 ਸਾਲਾਂ ਬਾਅਦ ਬਦਲ ਜਾਣਾ, ਪਰ ਗੁਰੂ ਸਾਹਿਬ ਨੇ ਤੇ ਬਦਲਣਾ ਨਹੀਂ। ਉਹ ਤੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਹੋਵੇ ਕੋਈ ਫਕੀਰ, ਹੋਵੇ ਕੋਈ ਸਾਧੂ। ਇੱਕ ਛੋਟੀ ਜੀ ਗਾਥਾ ਮੇਰੇ ਸਾਹਮਣੇ ਆਈ। ਬਾਬਾ ਮਹਾ ਹਰਨਾਮ ਸਿੰਘ ਜੀ ਬਾਬਾ ਆਨੰਦ ਸਿੰਘ ਜੀਆਂ ਦੇ ਮੁਰਸ਼ਦ ਹੋਏ ਨੇ, ਨਾਨਕਸਰ ਵਾਲਿਆਂ ਦੇ। ਉਹ ਕਹਿੰਦੇ ਹਜੇ ਤਾਂ ਚੋਲਾ ਪਾਇਆ, ਬੰਦਗੀ ਕਰਨੀ ਵੀ ਸ਼ੁਰੂ ਨਹੀਂ ਕੀਤੀ। ਕਈ ਕੇਵਲ ਚੋਲਾ ਹੀ ਪਾਉਂਦੇ, ਮੇਰੇ ਵਰਗੇ ਬਾਣਾ ਹੀ ਪਾਉਂਦੇ ਤੇ ਲੋਕੀ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ। ਜਿਸ ਦਿਨ ਬੰਦਗੀ ਕਰੋਗੇ ਉਸ ਦਿਨ ਕੀ ਮਿਲੇਗਾ? ਮਹਾਂਪੁਰਸ਼ ਕਹਿੰਦੇ ਬੰਦਗੀ ਕਰੋ, ਕਮਾਈ ਕਰੋ। ਕਹਿੰਦੇ ਬਾਬਾ ਜੀ ਕੋਈ ਗੱਲ ਸਮਝ ਨਹੀਂ ਆਈ। ਬਾਬਾ ਜੀ ਨੇ ਇੱਕ ਸਾਖੀ ਸੁਣਾਈ। ਫਿਰ ਸੰਤ ਕੀ ਹੁੰਦਾ ਹੈ? ਇਹ ਰੰਗ, ਇਹ ਨਸ਼ਾ ਕੀ ਹੈ ਜਿਹੜੇ ਮਾਹੌਲ ਵਿੱਚ ਤੁਸੀਂ ਬੈਠੇ ਹੋ ਨਾ, ਜੇ ਇੱਥੇ ਆ ਕੇ ਨਾ ਸਾਨੂੰ ਇਹ ਆਨੰਦ ਮਿਲ ਗਿਆ, ਇਹ ਆਨੰਦ ਮਿਲ ਗਿਆ ਤੇ ਅੰਦਰੋਂ ਆਵਾਜ਼ ਆਏਗੀ। ਉਹ ਕਿਹੜੀ ਆਵਾਜ਼ ਹੈ ਭਾਈ? ਜਿਹੜੀ ਇੱਥੇ ਸੰਗਤ ਕਰਕੇ ਮਿਲੇਗੀ। ਪੜਿਓ ਜਰਾ, ਜੇ ਅੰਦਰੋਂ ਆਵਾਜ਼ ਆ ਜਾਵੇ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋਲਾ, ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋਲਾ, ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋਲਾ, ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋਲਾ, ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋਲਾ, ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋਲਾ, ਨਹੀਂ ਮਿਲਣਾ। ਇਹ ਗਿਆਨ ਮਿਲੇਗਾ। ਸੇਵਾ ਸਿਮਰਨ ਜਾਪ ਨਹੀਂ ਕੀਤਾ, 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 ਸੇਵਾ ਸਿਮਰਨ ਜਾਪ ਨਹੀਂ ਕੀਤਾ। ਅਗਲਾ ਰਸਤਾ ਸਾਫ ਨਹੀਂ ਕੀਤਾ, 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 ਅਗਲਾ ਰਸਤਾ ਸਾਫ ਨਹੀਂ ਕੀਤਾ। ਹੋਰ ਖਲਾਰ ਲੈ ਕੰਡੇ
ਮਨੁੱਖ ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਮਨੁੱਖ ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਮਨੁੱਖ ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ। ਨਹੀਂ ਮਿਲਣਾ ਤੈਨੂੰ ਬੰਦੇ, ਮਨੁੱਖ ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ। ਝੋਲਾ ਨਹੀਂ ਮਿਲਣਾ। ਸੇਵਾ ਸਿਮਰਨ ਜਾਪ ਨਹੀਂ ਕੀਤਾ, ਅਗਲਾ ਰਸਤਾ ਸਾਫ ਨਹੀਂ ਕੀਤਾ, ਸੇਵਾ ਸਿਮਰਨ ਜਾਪ ਨਹੀਂ ਕੀਤਾ, ਅਗਲਾ ਰਸਤਾ ਸਾਫ ਨਹੀਂ ਕੀਤਾ, ਜਾਪ ਨਹੀਂ ਕੀਤਾ, ਸਾਫ ਨਹੀਂ ਕੀਤਾ। ਧਰਮ ਰਾਏ ਲੇਖਾ ਮੰਗੇ, ਮਨੁੱਖ ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਮਨੁੱਖ ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਝੋਲਾ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਬੰਦੇ, ਝੋਲਾ ਨਹੀਂ ਨਹੀਂ ਮਿਲਣਾ ਤੈਨੂੰ ਬੰਦੇ। ਝੋਲਾ ਨਹੀਂ ਮਿਲਣਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਹਿੰਦੇ ਖਾਓ ਪੀਓ ਐਸ਼ ਕਰੋ, ਆ ਜਗ ਮਿੱਠਾ ਤੇ ਅਗਲਾ ਕਿੰਨੇ, ਮਿੱਠਾ ਇਸ ਤਰ੍ਹਾਂ ਕਹਿ ਦਿੰਦੇ ਨੇ ਨਾ। ਸੰਤ ਬਾਬਾ ਅਤਰ ਸਿੰਘ ਜੀ ਇਹ ਗੱਲ ਕਹਿੰਦੇ, ਜੇ ਅੰਬ ਦਾ ਦਰਖਤ ਲਾਇਆ ਅੰਬ ਹੀ ਨਾ ਉੱਗਿਆ, ਉਹ ਲਾਇਆ ਬੇਕਾਰ। ਕੋਈ ਦੁਨਿਆਵੀ ਦਰਖਤ ਲਾ ਲਓ, ਬੂਟਾ ਲਾਇਆ ਪਰ ਫਲ ਹੀ ਨਾ ਲੱਗਿਆ, ਉਹ ਦਰਖਤ ਲਾਇਆ ਬੇਕਾਰ। ਬੇਕਾਰ। ਜੇ ਬੰਦਿਆ ਤੈਨੂੰ ਮਨੁੱਖਾ ਜੀਵਨ ਮਿਲਿਆ ਤੇ ਤੇਰੇ ਅੰਦਰ ਰੱਬ ਨੂੰ ਮਿਲਣ ਦੀ ਲਾਲਸਾ ਪੈਦਾ ਨਾ ਹੋਈ ਤੇ ਤੇਰਾ ਜੀਵਨ ਵੀ ਬੇਕਾਰ ਹੈ। ਬੇਕਾਰ। ਇਹ ਜੀਵਨ ਦੀ ਲਾਲਸਾ ਕਿੱਥੋਂ ਪੈਦਾ ਹੁੰਦੀ ਹੈ? ਜਦੋਂ ਆਪਾਂ ਸਤ ਸੰਗਤ ਵਿੱਚ ਚੱਲ ਕੇ ਆਉਂਦੇ। ਇਹ ਸਤ ਸੰਗਤ ਇੱਥੇ ਆਉਣਾ ਬਹੁਤ ਜ਼ਰੂਰੀ ਹੈ। ਸਾਧ ਸੰਗਤ ਇੱਥੇ ਆ ਕੇ ਸਿੱਖਿਆ ਮਿਲਦੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਥੇ ਆ ਕੇ ਇਹ ਆਨੰਦ ਮਿਲਦਾ ਹੈ। ਬਾਬਾ ਮਹਾ ਹਰਨਾਮ ਸਿੰਘ ਨੇ ਇੱਕ ਸਾਖੀ ਸੁਣਾਈ। ਕਹਿੰਦੇ ਜੇ ਸੰਤ ਬਣਨਾ ਨਾ ਤੇ ਇੱਕ ਗੱਲ ਯਾਦ ਰੱਖਿਓ, ਕੇਵਲ ਬਾਣਾ ਹੀ ਨਾ ਹੋਵੇ, ਬਾਣੀ ਵੀ ਹੋਵੇ। ਸੰਤ ਬਾਬਾ ਕਿਰਪਾਲ ਸਿੰਘ ਜੀ ਜਿਨ੍ਹਾਂ ਦੀ ਇੰਨੀ ਬੰਦਗੀ ਸੀ, ਇਸ਼ਤਿਹਾਰ ਨਹੀਂ ਛਪਾਏ, ਕਿਸੇ ਨੂੰ ਦੱਸਿਆ ਨਹੀਂ। ਬਾਬਾ ਨਾਰ ਸਿੰਘ ਜੀਆਂ ਨੇ ਕਿਸੇ ਨੂੰ ਦੱਸਿਆ ਨਹੀਂ। ਬਾਬਾ ਬੰਤ ਸਿੰਘ ਜੀ ਤੇ ਬੜੇ ਹੀ ਆਨੰਦ ਵਿੱਚ ਰਹਿੰਦੇ ਸੀ। ਲੋਕੀ ਆਪੇ ਹੀ ਕਹਿੰਦੇ ਸੀ, ਉਹ ਦੇਖੋ ਸੰਤ ਤੁਰੇ ਜਾ ਰਹੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਕ ਵਾਰੀ ਸਾਰੇ ਹੀ ਮਹਾਂਪੁਰਸ਼ਾਂ ਦੇ ਨਾਮ ਦਾ ਕਹਿ ਦਿਓ, ਸਤਨਾਮ। ਜਿਵੇਂ ਕਿਸੇ ਦੇ ਘਰੇ ਜਾਈਏ ਨਾ, ਆਪਾਂ ਘੜਿਆਲ ਵਜਾਈਦਾ ਨਾ, ਘੜਿਆਲ। ਘੜਿਆਲ ਨੂੰ ਆਪਾਂ ਕੀ ਕਹਿੰਦੇ ਇੰਗਲਿਸ਼ ਵਿੱਚ? ਡੋਰ ਬੈਲ। ਬੈਲ ਵਜਾਈਦੀ ਹੈ ਨਾ। ਜਦੋਂ ਬੈਲ ਵਜਾਉਂਦੇ ਆ ਤੇ ਅੰਦਰ ਆਵਾਜ਼ ਜਾਂਦੀ ਹੈ ਤੇ ਦਰਵਾਜ਼ਾ, ਬੋਲੋ, ਦਰਵਾਜ਼ਾ ਖੁੱਲ ਜਾਂਦਾ। ਇਹ ਜੀਵ ਕੀ ਹੈ? ਘੜਿਆਲ। ਜਦੋਂ ਜੀਵ ਨਾਲ ਕਹੋਗੇ ਨਾ ਸਤਨਾਮ ਸ਼੍ਰੀ ਵਾਹਿਗੁਰੂ, ਤੇ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਵੀ ਤੁਹਾਡੇ ਲਈ ਖੁੱਲ ਜਾਏ। ਖੁੱਲ ਜਾਏਗਾ। ਇਹਨੂੰ ਜ਼ਰੂਰ ਜੀਵ ਨੂੰ, ਘੜਿਆਲ ਨੂੰ ਵਜਾਇਆ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਜਿਹੜੀ ਗੱਲ ਕਹਿ ਰਿਹਾ ਸੀ ਬਾਬਾ ਹਰਨਾਮ ਸਿੰਘ ਜੀ, ਮਹਾ ਹਰਨਾਮ ਸਿੰਘ ਜੀ, ਉਹਨਾਂ ਨੇ ਸੰਗਤ 'ਚ ਗੱਲ ਸੁਣਾਈ। ਉਹ ਕਹਿੰਦੇ ਜੀ, ਇੱਕ ਰਾਜੇ ਨੇ ਵਿਆਹ ਕੀਤਾ ਤੇ ਉਹਨੇ ਆਪਣੀ ਰਾਣੀ ਤੇ ਪਾਬੰਦੀਆਂ ਲਾ ਦਿੱਤੀਆਂ, ਕੋਈ ਮੇਰੇ ਰਾਣੀ ਦੇ ਲਾਗੇ ਨਹੀਂ ਆਏ, ਕੋਈ ਮੇਰੇ ਰਾਣੀ ਕੋਲ ਨਹੀਂ ਖਲੋਏਗਾ, ਕੋਈ ਬੰਦਾ ਉਹਦੇ ਨਾਲ ਗੱਲ ਨਹੀਂ ਕਰੇਗਾ। ਕਹਿੰਦੇ ਇਲਾਕੇ ਦਾ ਇੱਕ ਨੌਜਵਾਨ, ਉਹਨੇ ਰਾਣੀ ਨੂੰ ਦੇਖ ਲਿਆ। ਇਹ ਸਾਖੀ ਮੈਂ ਨਹੀਂ ਸੁਣਾ ਰਿਹਾ, ਬਾਬਾ ਆਨੰਦ ਸਿੰਘ ਜੀਆਂ ਦੇ ਗੁਰੂ ਸੁਣਾ ਰਹੇ ਨੇ। ਉਹ ਕਹਿੰਦੇ ਉਸ ਲੜਕੇ ਨੇ ਦੇਖ ਲਿਆ ਤੇ ਆਪਣੀ ਮਾਂ ਨੂੰ ਕਿਹਾ, ਮਾਂ ਮੈਂ ਮਰ ਜਾਣਾ, ਮੇਰੀ ਇੱਕ ਵਾਰੀ ਇਸ ਰਾਣੀ ਨਾਲ ਭਾਵੇਂ ਸਸਰੀ ਅਕਾਲ ਹੀ ਬੁਲਵਾ ਦੇ। ਮਨ ਵਿੱਚ ਵਾਸ਼ਨਾ ਆ ਗਈ। ਹੁਣ ਇਹ ਗੱਲ ਮਾਂ ਨੂੰ ਆਪਣੇ ਪੁੱਤ ਪਿਆਰਾ ਸੀ,
ਮਾਂ ਨੇ ਰਾਣੀ ਤੱਕ ਇਹ ਗੱਲ ਪਹੁੰਚਾਈ ਤੇ ਰਾਣੀ ਕਹਿੰਦੀ ਜੇ ਰਾਜੇ ਨੂੰ ਪਤਾ ਲੱਗ ਗਿਆ ਉਹਨੇ ਇਹਨੂੰ ਮਾਰ ਦੇਣਾ, ਤੇਰੇ ਮੁੰਡੇ ਨੂੰ ਮਾਰ ਦੇਣਾ। ਪਰ ਇੱਕ ਤਰੀਕਾ ਹੈਗਾ ਮੇਰੇ ਕੋਲ, ਗੱਲ ਤੇ ਸੀ ਬੜੀ ਲੰਬੀ, ਇੱਕ ਤਰੀਕਾ ਮੇਰੇ ਕੋਲ ਹੈਗਾ, ਮੈਂ ਇਹਨੂੰ ਮਿਲਾਂਗੀ ਪਰ ਇਹਨੂੰ ਕਹਿ ਪਿੰਡ ਦੇ ਬਾਹਰ ਜਾ ਕੇ ਨਾ ਬਹਿ ਜਾ, ਇੱਕ ਡੱਬੇ ਦੇ ਵਿੱਚ 4-5 ਪਿੰਨੀਆਂ ਲੈ ਜੀ, ਉਹਨੂੰ ਧਰਤੀ ਵਿੱਚ ਦੱਬ ਦੀ। ਜਦੋਂ ਬੰਦਾ ਪਿੰਨੀਆਂ ਖਾ ਲੈਂਦਾ ਨਾ, 1-2 ਪਿੰਨੀਆਂ ਖਾ ਲੇ, ਸਾਰਾ ਦਿਨ ਭੁੱਖ ਨਹੀਂ ਲੱਗਦੀ। ਉਹ ਕਹਿੰਦੇ ਰਾਜਕੁਮਾਰ ਨੇ ਮੈਨੂੰ ਤੇਰੇ ਮੁੰਡੇ ਨਾਲ ਮਿਲਣ ਨਹੀਂ ਦੇਣਾ। ਆਪਣੇ ਮੁੰਡੇ ਨੂੰ ਕਹਿ ਵੀ ਪਿੰਡ ਦੇ ਬਾਹਰ ਜਾ ਕੇ ਚੌਂਕੜਾ ਲਾ ਲੈ, ਅੱਖਾਂ ਨਾ ਖੋਲੀ, ਕੋਈ ਵੀ ਆਵੇ ਅੱਖਾਂ ਨਾ ਖੋਲੀ, ਪਿੰਨੀਆਂ ਰੱਖ ਲੈ ਕੋਲ, ਜਦੋਂ ਭੁੱਖ ਲੱਗੇ ਤੇ ਇੱਕ ਪਿੰਨੀ ਖਾ ਲਿਆ ਕਰੀ। ਉਹਨੇ ਐਦਾਂ ਹੀ ਕੀਤਾ, ਪਿੰਡ ਦੇ ਬਾਹਰ ਜਾ ਕੇ ਚੋਲਾ ਪਾ ਕੇ ਬਹਿ ਗਿਆ। ਤੇ ਸਾਧ ਸੰਗਤ ਗੱਲ ਪਤੇ ਦੀ ਹੈ, ਸਾਰਾ ਨਗਰ ਆ ਕੇ ਦੇਖਦਾ ਆ ਵੀ ਇਹ ਤੇ ਅੱਖਾਂ ਹੀ ਨਹੀਂ ਖੋਲਦਾ, ਇਹ ਤੇ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਆ। ਹੁਣ ਸਾਧ ਸੰਗਤ ਗੱਲ ਘੁੰਮਦੀ ਰਾਜੇ ਤੱਕ ਪਹੁੰਚ ਗਈ। ਜਦੋਂ ਰਾਜਕੁਮਾਰ ਨੂੰ ਪਤਾ ਲੱਗਿਆ ਨਾ, ਰਾਜਕੁਮਾਰ ਥਾੜ ਭਰ ਕੇ ਸੋਨੇ ਚਾਂਦੀ ਦੀ ਲੈ ਕੇ ਆਇਆ। ਜਦੋਂ ਲੈ ਕੇ ਆਇਆ, ਇਹਨੇ ਅੱਖਾਂ ਨਹੀਂ ਖੋਲੀਆਂ। ਰਾਜਾ ਬੜਾ ਖੁਸ਼ ਹੋਇਆ, ਕਹਿੰਦਾ ਸੰਤ ਹੋਵੇ ਤੇ ਐਸਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਪਤਾ ਵੀ ਇਹਦੇ ਅੰਦਰ, ਬੋਲੋ ਕੀ ਚੱਲਦਾ ਆ, ਇਹਦੇ ਅੰਦਰ ਕੀ ਚੱਲਦਾ, ਅੰਦਰ ਵਾਸ਼ਨਾ ਚੱਲਦੀ ਹੈ। ਰਾਜਾ ਕਹਿੰਦਾ ਹੋਏ ਨਾ ਹੋਏ, ਮੇਰੇ ਔਲਾਦ ਨਹੀਂ ਹੈ, ਮੈਂ ਰਾਣੀ ਨੂੰ ਵੀ ਆਸ਼ੀਰਵਾਦ ਦਵਾ ਦੇਵਾਂ। ਰਾਣੀ ਨੂੰ ਕਿਹਾ ਜਾ ਭਾਈ ਤੂੰ ਜਾ ਕੇ ਮਿਲਿਆ, ਨਾਲ ਚੇਲੀਆਂ ਵੀ ਭੇਜ ਦਿੱਤੀਆਂ। ਜਦੋਂ ਰਾਣੀ ਗਈ ਨਾ ਤੇ ਸਾਧ ਸੰਗਤ ਚੇਲੀਆਂ ਨੂੰ ਪਿੱਛੇ ਖੜਾ ਦਿੱਤਾ, ਕੱਲੀ ਜਾ ਕੇ ਕਹਿੰਦੀ ਹੈ ਅੱਖਾਂ ਖੋਲ ਲੈ, ਮੈਂ ਆ ਗਈ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਲੇ ਹੱਸਦੀ ਹੈ, ਪਤਾ ਵੀ ਇਹ ਸਾਰੀ ਖੇਡ ਤੇ ਮੇਰੀ ਰਚੀ ਹੋਈ ਹੈ। ਉਹ ਅੱਖਾਂ ਨਹੀਂ ਖੋਲਦਾ। ਰਾਣੀ ਨੂੰ ਗੁੱਸਾ ਚੜ ਗਿਆ, ਉਹ ਦੂਜੀ ਵਾਰੀ ਕਹਿੰਦੀ ਅੱਖਾਂ ਖੋਲ, ਮੈਂ ਉਹ ਮੇਰੇ ਕਰਕੇ ਹੀ ਬੈਠਾ ਤੂੰ ਇੱਥੇ। ਉਹਨੇ ਫੇਰ ਅੱਖਾਂ ਬੰਦ, ਬੋਲੋ ਨਹੀਂ ਖੋਲੀਆਂ। ਜਦੋਂ ਤੀਜੀ ਵਾਰੀ ਕਿਹਾ ਨਾ ਤੇ ਰਾਣੀ ਨੇ ਕਿਹਾ ਹੁਣ ਮੈਂ ਰਾਜੇ ਨੂੰ ਬੁਲਾ ਕੇ ਤੇਰਾ ਭਾਂਡਾ ਫੋੜ ਦੇਣਾ, ਅੱਖਾਂ ਖੋਲ ਲੈ। ਉਹਨੇ ਅੱਖਾਂ ਫੇਰ ਨਹੀਂ ਖੋਲੀਆਂ। ਅਖੀਰ ਰਾਣੀ ਜਾਣ ਲੱਗੀ ਨਾ ਤੇ ਖਲੋ ਗਿਆ ਹੱਥ ਜੋੜ ਕੇ, ਕਹਿੰਦਾ ਭੁੱਲ ਹੋ ਗਈ ਰਾਣੀ, ਅੱਜ ਤੋਂ ਤੂੰ ਮੇਰੀ ਗੁਰੂ ਆ, ਮੈਨੂੰ ਇਸ ਰਸਤੇ ਤੇ ਤੋਰਨ ਵਾਲੀਆਂ। ਸੱਚੀ ਗੱਲ ਹੈ, ਹੁਣ ਮੈਂ ਤੇਰੇ ਦਰਸ਼ਨ ਨਹੀਂ ਕਰਨੇ, ਹੁਣ ਤੇ ਮੈਂ ਉਸ ਮਾਲਕ ਦੇ ਦਰਸ਼ਨ ਕਰਨੇ ਆ। ਜਦੋਂ ਮੈਂ ਬੈਠਾ ਸੀ ਤੇ ਵਾਸ਼ਨਾ ਲੈ ਕੇ ਬੈਠਾ ਸੀ, ਜਦੋਂ ਮੈਂ ਬੰਦਗੀ ਕਰਨ ਬੈਠਾ ਸੀ ਤੇ ਅੰਦਰ ਮਾੜੀ ਬਿਰਤੀ ਲੈ ਕੇ ਬੈਠਾ ਸੀ। ਪਰ ਅੱਜ ਬੰਦਗੀ ਕਰਦਿਆਂ ਮੈਨੂੰ ਉਹ ਆਨੰਦ ਆ ਗਿਆ। ਮੈਨੂੰ ਪਤਾ ਲੱਗ ਗਿਆ ਇਹ ਦੁਨਿਆਵੀ ਆਨੰਦ ਤੇ ਬਹੁਤ ਪਿੱਛੇ ਆ। ਜਿਹੜਾ ਆਨੰਦ ਮੈਨੂੰ ਮਿਲਿਆ, ਇਸ ਆਨੰਦ ਵਰਗਾ ਕੋਈ ਆਨੰਦ ਨਹੀਂ। ਤੇ ਸਾਧ ਸੰਗਤ ਕਹਿੰਦਾ ਜਿਹੜਾ ਮੈਨੂੰ ਆਨੰਦ ਮਿਲਿਆ, ਇਸ ਆਨੰਦ ਵਰਗਾ ਹੋਰ ਕੋਈ ਵੀ ਆਨੰਦ ਨਹੀਂ ਹੈ। ਤੇ ਸਾਧ ਸੰਗਤ ਆਪਾਂ ਵੀ ਬਾਬਾ ਮਹਾਰ ਨਾਮ ਸਿੰਘ ਕਹਿੰਦੇ ਪਿਆਰਿਓ, ਜਿਵੇਂ ਨਾਮ ਉਹਦੇ ਅੰਦਰ ਗਿਆ ਤੇ ਵਾਸ਼ਨਾ ਮਿਟ ਗਈ। ਜਦੋਂ ਬੰਦੇ ਦੇ ਅੰਦਰ ਨਾਮ ਜਾਂਦਾ ਹੈ ਨਾ, ਫਿਰ ਹੁੰਦਾ ਪਤਾ ਕੀ ਹੈ, ਕੱਚੇ ਕੱਚ ਤੋਂ ਬਣਾ ਦੇ ਬਾਣੀ ਸੋਨਾ, ਗੁਰਾਂ ਦੇ ਚਰਨ ਲਾਤੇ ਜਾ। ਕੱਚੇ ਕੱਚ ਤੋਂ ਬਣਾ ਦੇ ਸੋਨਾ, ਗੁਰਾਂ ਦੇ ਤੂੰ ਚਰਨੀ ਲਾਤੇ ਜਾ। ਕੱਚੇ ਕੱਚ ਤੋਂ ਬਣਾ ਦੇ ਸੋਨਾ, ਗੁਰਾਂ ਦੇ ਤੂੰ ਚਰਨੀ ਲਾਤੇ ਜਾ। ਗੁਰਾਂ
ਗੁਰਾਂ ਦੇ ਤੂੰ ਚਰਨੀ ਲੱਗ ਜਾ ਗੁਰਾਂ ਦੇ ਤੂੰ ਚਰਨੀ ਲੱਗ ਜਾ ਬੰਦਿਆ ਗੁਰਾਂ ਦੇ ਤੂੰ ਚਰਨੀ ਲੱਗ ਜਾ ਬੰਦਿਆ ਗੁਰਾਂ ਦੇ ਤੂੰ ਚਰਨੀ ਲੱਗ ਜਾ ਬੰਦਿਆ ਗੁਰਾਂ ਦੇ ਚਰਨੀ ਲੱਗ ਜਾ ਬੰਦਿਆ ਗੁਰਾਂ ਦੇ ਤੂੰ ਚਰਨੀ ਲੱਗ ਜਾ ਬੰਦਿਆ ਗੁਰਾਂ ਦੇ ਤੂੰ ਚਰਨੀ ਲੱਗ ਜਾ ਗੁਰਾਂ ਦੇ ਤੂੰ ਚਰਨੀ ਲੱਗ ਜਾ ਬੰਦਿਆ ਗੁਰਾਂ ਦੇ ਤੂੰ ਚਰਨੀ ਲੱਗ ਜਾ ਬੀਬੀਆਂ ਗੁਰਾਂ ਦੀ ਤੂੰ ਚਰਣੀ ਲੱਗ ਜਾ ਬੰਦਿਆ ਗੁਰਾਂ ਦੀ ਤੂੰ ਚਰਣੀ ਲੱਗ ਜਾ ਕੱਚੇ ਕੱਚ ਤੋਂ ਬਣਾ ਦਵੇ ਸੋਨਾ ਗੁਰਾਂ ਦੇ ਤੂੰ ਚਰਨੀ ਲੱਗ ਜਾ ਕੱਚੇ ਕੱਚ ਤੋਂ ਬਣਾ ਦਵੇ ਸੋਨਾ ਗੁਰਾਂ ਦੇ ਤੂੰ ਚਰਨੀ ਲੱਗ ਜਾ ਕਾਚੀ ਕਾਚੀ ਤੂੰ ਬਣਾ ਦਵੇ ਸੋਨਾ ਗੁਰਾਂ ਦੇ ਤੂੰ ਚਰਨੀ ਲੱਗ ਜਾ ਕੱਚੇ ਕੱਚ ਤੋਂ ਬਣਾ ਦਵੇ ਸੋਨਾ ਗੁਰਾਂ ਦੇ ਤੂੰ ਚਰਨੀ ਲੱਗ ਬੋਲੋ ਕੱਚੇ ਕੱਚ ਤੋਂ ਬਣਾ ਦੇਵੇ ਸੋਹਣਾ ਗੁਰਾਂ ਦੇ ਤੂੰ ਚਰਨੀ ਲੱਗ ਜਾ ਗੁਰਾਂ ਦੇ ਤੂੰ ਚਰਨੀ ਲੱਗ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ। ਕੰਨਾਂ ਦੇ ਵਿੱਚ ਬਾਣੀ ਗਈ ਨਾ, ਹੈ ਤੇ ਕੱਚ ਸੀ ਪਰ ਬਾਣੀ ਨੇ ਇਹਨੂੰ ਸੋਨਾ ਬਣਾ ਦਿੱਤਾ। ਕੀਰਤਨ ਵਿੱਚ ਆ ਕੇ ਪਤਾ ਲੱਗਿਆ ਵੀ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਉੱਚਾ, ਵਰਨਾ ਪਤਾ ਹੀ ਨਹੀਂ ਲੱਗਦਾ, ਉਮਰ ਲੰਘ ਜਾਂਦੀ ਹੈ। ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ, ਪਰ ਜਿਹੜੀ ਚੀਜ਼ ਮੰਗਣੀ ਹੈ ਉਹ ਗੁਰੂ ਕੋਲੋਂ ਮੰਗਦਾ ਨਹੀਂ ਮੰਗਦਾ ਹੀ ਨਹੀਂ। ਬਾਬਾ ਅਤਰ ਸਿੰਘ ਜੀ ਜਿਨ੍ਹਾਂ ਦੀ ਤਸਵੀਰ ਲੱਗੀ ਹੈ ਨਾ ਇੱਥੇ, ਜਦੋਂ ਹਜੂਰ ਸਾਹਿਬ ਗਏ ਬਾਬਾ ਜੀ ਬੰਦਗੀ ਕਰਨ, ਸੁਣਿਓ ਜਰਾ, ਗੁਰੂ ਦੇ ਚਰਨੀ ਲੱਗੇ, ਅੰਦਰ ਬੈਰਾਗ ਲੱਗਿਆ। ਦਾਸ ਵੀ ਹੁਣੀ 21 ਦਿਨ ਹਜੂਰ ਸਾਹਿਬ ਲਾ ਕੇ ਆਇਆ। ਉਹ ਸਥਾਨ ਗੁਰਦੁਆਰਾ ਭਜਨਗੜ੍ਹ ਸਾਹਿਬ, ਜਿੱਥੇ 1.25 ਲੱਖ ਪਾਠ ਇਹਨਾਂ ਨੇ ਜਪਜੀ ਸਾਹਿਬ ਦਾ ਕੀਤਾ। ਸੰਗਤ ਜੀ ਐਵੇਂ ਨਹੀਂ, ਉਹ ਸਾਧੂ ਇੱਕੋ ਇੱਕ ਸਾਧੂ ਆ ਜਿਨ੍ਹਾਂ ਦੀ ਉੱਥੇ ਅਸਥਾਨ ਬਣਿਆ। ਉਹ ਕਿਹੜੇ ਨੇ? ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦਾ। ਸਤਿ ਸ੍ਰੀ ਅਕਾਲ। ਕਹਿੰਦੇ ਕੁਝ ਫੌਜੀ ਵੀਰਾਂ ਨੇ ਬਾਬਾ ਜੀ ਨੂੰ ਪੈਸੇ ਦੇ ਦਿੱਤੇ, ਬਾਬਾ ਜੀ ਤੁਸੀਂ ਹਜੂਰ ਸਾਹਿਬ ਜਾ ਰਹੇ ਹੋ, ਰਸਤੇ 'ਚ ਮਾਇਆ ਖਰਚ ਲਿਓ। ਉਹ ਮਾਇਆ ਲੈ ਕੇ ਬਾਬਾ ਜੀ ਪਹੁੰਚ ਗਏ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਹਜੂਰ ਸਾਹਿਬ। ਜਦੋਂ ਬਾਬਾ ਜੀ ਬੰਦਗੀ ਕਰਨ ਲੱਗੇ ਤੇ ਇਹ ਸ਼ਬਦ ਦਾ ਅਭਿਆਸ ਕੀਤਾ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ। ਜਦੋਂ ਪਾਠ ਕਰਦੇ ਨਾ ਬਾਬਾ ਜੀ ਦਾ ਧਿਆਨ ਝਾੜੀਆਂ ਵੱਲ ਜਾਂਦਾ, ਝਾੜੀਆਂ ਵੱਲ। ਕਿਹੜੇ ਬਾਬਾ ਜੀ ਦਾ? ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਉਹ ਬਾਰ-ਬਾਰ ਝਾੜੀਆਂ ਵੱਲ ਧਿਆਨ ਜਾਵੇ। ਝਾੜੀਆਂ ਵੱਲ ਪਤਾ ਕਿਉਂ ਜਾਂਦਾ ਸੀ? ਜਿਹੜੀ ਮਾਇਆ ਬਾਬਾ ਜੀ ਨੂੰ ਫੌਜੀਆਂ ਨੇ ਦਿੱਤੀ ਸੀ, ਉਹ ਬਾਬਾ ਜੀ ਨੇ ਝਾੜੀਆਂ ਦੇ ਕੋਲ ਨੱਪਤੀ। ਕਹਿੰਦੇ ਜਦੋਂ ਲੋੜ ਪਏਗੀ ਇੱਥੋਂ ਮਾਇਆ ਕੱਢ ਲਾਵਾਂਗੇ, ਬੋਲੋ ਕੱਢ ਲਾਂਗੇ। ਹੁਣ ਜਿੱਥੇ ਉਹ ਮਾਇਆ ਫਸੀ ਪਈ ਸੀ, ਬਾਰ-ਬਾਰ ਸੁਰਤੀ ਕਿੱਥੇ ਜਾ ਰਹੀ ਆ? ਮਾਇਆ ਵੱਲ। ਬਾਬਾ ਜੀ ਨੇ ਉਸ ਜਗ੍ਹਾ ਤੋਂ ਮਾਇਆ ਕੱਢੀ ਤੇ ਅੱਗ ਲਾ ਕੇ ਫੂਕ ਦਿੱਤੀ। ਕਹਿੰਦੇ ਲੈ ਹੁਣ ਪੈ ਗਿਆ ਪੁਆੜਾ, ਪੈ ਗਿਆ, ਖਤਮ ਹੋ ਗਿਆ ਕਹਿੰਦੇ ਕੰਮ। ਕਹਿੰਦੇ ਹੁਣ ਮਨ ਟਿਕੂਗਾ। ਇਹ ਮਾਇਆ ਨੇ ਮੈਨੂੰ ਨਾਮ ਜਪਣ ਹੀ ਨਹੀਂ ਦਿੱਤਾ। 4 ਦਿਨ ਹੋ ਗਏ ਬਾਰ-ਬਾਰ ਧਿਆਨ ਜਾਈ ਜਾਂਦਾ। ਇਹ ਸਾਖੀ ਤੁਸੀਂ ਮਾਣ ਕਰਿਓ,
ਮੰਜੀ ਸਾਹਿਬ ਗਿਆਨੀ ਜੀਵਾ ਸਿੰਘ ਨੇ ਵੀ ਸੁਣਾਈ। ਤੇ ਸਾਧ ਸੰਗਤ, ਮੈਂ ਇਹ ਸੋਚ ਰਿਹਾ ਸੀ ਜਦੋਂ ਮੈਂ ਇਹ ਸਾਖੀ ਸੁਣੀ, ਮੈਂ ਕਿਹਾ ਥੋੜੀ ਜੀ ਮਾਇਆ ਤੇ ਧਿਆਨ ਇਧਰਲੇ ਪਾਸੇ ਲੱਗਣ ਨਹੀਂ ਦਿੰਦੀ ਤੇ ਅਸੀਂ ਤੇ ਬੈਂਕਾਂ ਦੇ ਬੈਂਕ ਭਰੇ ਪਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡਾ ਕੀ ਬਣੂਗਾ? ਅਸੀਂ ਤੇ ਬੈਂਕਾਂ ਦੇ ਬੈਂਕ ਭਰੇ ਪਏ ਨੇ ਤਾਂ ਧਿਆਨ ਕਿੱਦਾਂ? ਪਰ ਬਾਣੀ ਕਹਿੰਦੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸਾਣੇ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਵੀ ਚਿੱਕੜ ਤੋਂ ਦੂਰ ਹੈ, ਨਿਰਲੇਪ ਹੈ, ਇਸੇ ਤਰ੍ਹਾਂ ਰੱਬ ਦੇ ਪਿਆਰੇ। ਹਜੂਰ ਸਾਹਿਬ ਜਾਓ, ਇੱਕ ਛੋਟੀ ਜੀ ਸਾਖੀ ਸੁਣਾ ਕੇ ਫਿਰ ਸੰਕੋਚ ਕਰਾਂਗੇ। ਅਸਥਾਨ ਆਉਂਦਾ ਗੁਰਦੁਆਰਾ ਗੁਪਤਸਰ ਸਾਹਿਬ। ਇਹ ਅਸਥਾਨ ਬੜਾ ਮਹਾਨ ਹੈ। ਇੱਕ ਤੇ ਹੁੰਦੀ ਸੁਣੀ ਸੁਣਾਈ ਗੱਲ, ਜਦੋਂ ਆਪਾਂ ਕੋਈ ਚੀਜ਼ ਅੱਖਾਂ ਨਾਲ ਦੇਖ ਕੇ ਆਉਂਦੇ ਆ ਨਾ, ਉਹਦਾ ਆਨੰਦ ਵੱਖਰਾ ਹੀ ਹੁੰਦਾ, ਉਹਦਾ ਐਕਸਪੀਰੀਅੰਸ ਵੱਖਰਾ ਹੁੰਦਾ। 19 ਸਿਤਾਰੇ ਦੀ ਜੇਲ੍ਹ ਵਿੱਚ ਇੱਕ ਗੁਰਮੁਖ ਪਿਆਰਾ ਇੱਕ ਸ਼ਬਦ ਪੜ੍ਹਦਾ ਹੈ, ਤੁਸੀਂ ਵੀ ਪੜ੍ਹਿਓ ਸਾਰੇ। ਉਹ ਕਿਹੜਾ ਸ਼ਬਦ ਹੈ? ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਆ ਸ਼ਬਦ ਮੁਸਲਮਾਨਾਂ ਨੇ ਸੁਣ ਲਿਆ, ਮੁਸਲਮਾਨਾਂ ਨੇ ਸੁਣ ਲਿਆ। ਭਾਵੇਂ ਸਾਖੀ ਤੁਸੀਂ ਪਹਿਲੇ ਵੀ ਕਈ ਵਾਰੀ ਸ਼ਾਇਦ ਸੁਣੀ ਹੋਵੇ, ਪਰ ਜਿਸ ਸਾਖੀ ਨੂੰ ਬਾਰ-ਬਾਰ ਸੁਣੋ ਨਾ, ਅੰਦਰ ਇੱਕ ਦ੍ਰਿੜਤਾ ਪੈਦਾ ਹੁੰਦੀ ਹੈ। ਹੁਣ ਜਦੋਂ ਪੜਦਾ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਮਹਾਰਾਜ ਮੇਰੇ ਬੰਧਨ ਕੱਟ ਦਿਓ। ਆ ਬੰਧਨ ਸਾਨੂੰ ਨਾਮ ਨਹੀਂ ਨਾ ਜਪਣ ਦਿੰਦੇ। ਇੱਕ ਵਾਰੀ ਪੜਿਓ ਜਰਾ ਸਾਰੇ ਇਹ ਧਾਰਨਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਬੇੜੀ ਵਾਂਗੋਂ ਡੋਲਦਾ, 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 ਮਨ ਬੇੜੀ ਵਾਂਗੋਂ ਡੋਲਦਾ, ਮਨ ਬੇੜੀ ਵਾਂਗੋਂ ਡੋਲਦਾ, ਬੇੜੀ ਵਾਂਗੋਂ ਡੋਲਦਾ, ਮਨ ਬੇੜੀ ਵਾਂਗੋਂ ਡੋਲਦਾ, ਮਨ ਬੇੜੀ ਵਾਂਗੋਂ ਡੋਲਦਾ, ਬੇੜੀ ਵਾਂਗੋਂ ਡੋਲਦਾ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੋਂ ਡੋਲਦਾ। ਇੱਕ ਵਾਰੀ ਜਥਾ, ਇੱਕ ਵਾਰੀ ਸਾਰੀ ਸੰਗਤ ਬੋਲਿਓ। ਮਨ ਬੇੜੀ ਵਾਂਗੋਂ ਡੋਲਦਾ, ਬੇੜੀ ਵਾਂਗੋਂ ਡੋਲਦਾ, ਮਨ ਬੇੜੀ ਵਾਂਗੋਂ ਡੋਲਦਾ, ਮਨ ਬੇੜੀ ਵਾਂਗੋਂ ਬੋਲੋ। ਮਨ ਬੇੜੀ ਵਾਂਗੋਂ ਡੋਲਦਾ, ਬੇੜੀ ਵਾਂਗੂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੂ ਡੋਲਦਾ। ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੂ ਡੋਲਦਾ। ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੂ ਡੋਲਦਾ। ਮੈਨੂੰ ਪਾਰ ਲੰਘਾ ਦੇ ਸਤਿਗੁਰ, ਮਨ ਬੇੜੀ ਵਾਂਗੂ ਡੋਲਦਾ। ਆਖੋ ਸਤਨਾਮ
ਨਾਮ ਸ਼੍ਰੀ ਵਾਹਿਗੁਰੂ। ਬੜੇ ਆਨੰਦ ਵਿੱਚ ਤੁਸੀਂ ਨਾ ਕਦੀ ਪਾਠ ਕਰਿਓ ਅੰਮ੍ਰਿਤ ਵੇਲੇ। ਜਿਹੜਾ ਆਨੰਦ ਤੁਹਾਨੂੰ ਅੰਮ੍ਰਿਤ ਵੇਲੇ ਆਉਣਾ ਨਾ, ਮਨ ਨਹੀਂ ਟਿਕਦਾ ਸਾਰਾ ਦਿਨ। ਪਰ ਅੰਮ੍ਰਿਤ ਵੇਲੇ ਪਤਾ ਹੁੰਦਾ ਵੀ ਹੁਣ ਮੈਸੇਜ ਨਹੀਂ ਆਉਣਾ ਕਿਸੇ ਦਾ, ਹੁਣ ਕੋਈ ਬੰਦਾ ਜਾਗਦਾ ਨਹੀਂ ਹੋਣਾ, ਹੁਣ ਮੈਂ ਕਿਹਦੇ ਨਾਲ ਗੱਲ ਕਰਾਂਗਾ, ਮਨ ਵੀ ਟਿਕਿਆ ਹੁੰਦਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਹੁਣ ਸਾਧ ਸੰਗਤ ਆ ਸਾਰੀ ਬਾਣੀ ਵੰਡ ਰਹੀ ਹੈ, ਕੁਛ ਨਾ ਕੁਛ ਵੰਡ ਰਹੀ ਹੈ, ਪਰ ਇੱਕ ਜਗ੍ਹਾ ਤੇ ਗੁਰੂ ਨਾਨਕ ਵੀ ਝੋਲੀ ਅੱਡ ਕੇ ਮੰਗ ਰਹੇ ਨੇ। ਕਹਿੰਦੇ ਮੂੰਹੋਂ ਕੇ ਬੋਲਣ ਬੋਲੀ ਹੈ, ਜੇ ਸੁਣ ਧਰੇ ਮਹਾਰਾਜ ਪਤਾ ਕੀ ਮੰਗਦੇ ਨੇ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਸਿੱਖ ਬਾਣੀ ਪੜਦਾ ਤੇ ਮੁਸਲਮਾਨ ਸੁਣਦਾ। ਮੈਂ ਇਹ ਚੀਜ਼ ਉੱਥੇ ਦੇਖੀ ਹੈ। ਅਦਰ ਸਟੇਟ 'ਚ ਜਾਓ ਨਾ ਤੁਸੀਂ, ਇੰਨਾ ਪਿਆਰ ਕਰਦੇ ਨੇ ਸਾਡੇ ਬਾਣੀ ਨਾਲ, ਸਾਡੀ ਸ੍ਰੀ ਸਾਹਿਬ ਨਾਲ। ਹੋਰ ਸਾਧ ਸੰਗਤ ਬੇਕਦਰਾਂ ਨੂੰ ਕੀ, ਜਿਨ੍ਹਾਂ ਨੂੰ ਕਦਰ ਹੀ ਨਹੀਂ। ਉਹ ਕਹਿੰਦੇ ਨੇ ਤੁਹਾਡੇ ਬਾਣੇ ਵੱਲ ਦੇਖ ਕੇ ਸਾਨੂੰ ਗੁਰੂ ਗੋਬਿੰਦ ਸਿੰਘ ਯਾਦ ਆਉਂਦਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਾਡੇ ਵਿੱਚ ਹਜੇ ਉਹ ਗੁਣ ਨਹੀਂ ਹੈਗੇ। ਹੁਣ ਮੁਸਲਮਾਨ ਰੁਸਤਮ ਰਾਓ ਤੇ ਬਾਲਾ ਰਾਓ, ਕਮਾਲ ਦੀ ਗੱਲ ਹੈ, ਜਿਨ੍ਹਾਂ ਨੇ ਸੁਣ ਲਈ ਬਾਣੀ। ਅੱਜ 30 ਤਰੀਕ ਹੈ, ਸਮਾਗਮ ਅਗਲੇ ਮਹੀਨੇ ਤੱਕ ਚੱਲਣਾ। ਤੁਸੀਂ ਇਹ ਦੇਖੋ ਕਿੰਨਾ ਕੁਛ ਆਪਾਂ ਸੁਣਿਆ, ਪਰ ਕਿਨਕਾ ਇੱਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ। ਇੱਕ ਗੱਲ ਵੀ ਤੁਹਾਡੇ ਪੱਲੇ ਬੰਨ ਹੋ ਗਈ ਤੇ ਇਹ ਸਮਾਗਮ ਵਿੱਚ ਆਇਆ ਸਫਲਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਬੱਚਾ ਨਾ ਟ੍ਰੇਨ 'ਚ ਪਾਣੀ ਵੇਚ ਰਿਹਾ ਸੀ, ਪਾਣੀ। ਇਹ ਵੀ ਸਾਡੇ ਦੇਖੇ ਦੀ ਗੱਲ ਹੈ। ਉਹ ਟ੍ਰੇਨ 'ਚ ਕਵੇ ਪਾਣੀ ਪੀ ਲੋ, ਬੋਤਲ ਦੇ ਰਿਹਾ ਸੀ। ਇੱਕ ਸੇਠ ਬੈਠਾ, ਉਹ ਕਹਿੰਦਾ ਬੇਟਾ ਗੱਲ ਸੁਣੇ, ਬਿਸਲਰੀ ਹੈ? ਕਹਿੰਦੇ ਹਾਂ ਬਿਸਲਰੀ ਹੈ। ਉਹ ਫਿਰ ਇੰਨੀ ਗੱਲ ਕਹਿ ਕੇ ਨਾ ਉਹਨੇ ਪੁੱਛਿਆ ਬਿਸਲਰੀ ਹੈ? ਬੱਚੇ ਨੇ ਕਿਹਾ ਬਿਸਲਰੀ। ਬੱਚਾ ਤੁਰ ਪਿਆ ਅੱਗੇ। ਸੇਠ ਕਹਿੰਦਾ ਗੱਲ ਸੁਣ ਬੇਟਾ, ਗੱਲ ਸੁਣ, ਕਿੰਨੇ ਦੀ ਬੋਤਲ ਹੈ? ਕਹਿੰਦਾ 30 ਰੁਪਏ ਦੀ। ਕਹਿੰਦਾ ਮਹਿੰਗੀ ਨਹੀਂ ਹੈ? ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਬੱਚਾ ਤੁਰ ਪਿਆ ਅੱਗੇ। ਇਹ ਗੱਲ ਨੂੰ ਇੱਕ ਸਿੱਖ ਦੇਖ ਰਿਹਾ ਸੀ। ਉਹਨੇ ਕਿਹਾ ਬੇਟਾ ਗੱਲ ਸੁਣ, ਤੂੰ ਇੱਥੇ ਵਪਾਰ ਕਰਨ ਆਇਆ, ਪਾਣੀ ਦੀ ਬੋਤਲਾਂ ਨੂੰ ਵੇਚਣ ਵਾਸਤੇ ਆਇਆ ਹੈ। ਤੇਰੇ ਕੋਲੋਂ ਕੋਈ ਪਾਣੀ ਦੀ ਬੋਤਲ ਮੰਗਦਾ ਪਿਆ, ਤੂੰ ਪਾਣੀ ਨਹੀਂ ਦੇ ਰਿਹਾ, ਉਹਨੂੰ ਬੋਤਲ ਹੀ ਨਹੀਂ ਵੇਚ ਰਿਹਾ। ਬੱਚੇ ਨੇ ਬੜੀ ਕਮਾਲ ਦੀ ਗੱਲ ਕਹੀ। ਬੱਚਾ ਕਹਿੰਦਾ ਬਾਬਾ ਜੀ ਇਹਨੇ ਪਾਣੀ ਪੀਣਾ ਨਹੀਂ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਕੇਵਲ ਰੇਟ ਹੀ ਪੁੱਛ ਰਿਹਾ, ਇਹਨੂੰ ਪਿਆਸ ਨਹੀਂ ਲੱਗੀ। ਜਿਹਨੂੰ ਪਿਆਸ ਲੱਗੀ ਹੁੰਦੀ ਹੈ ਨਾ, ਉਹ ਫਿਰ ਰੇਟ ਨਹੀਂ ਪੁੱਛਦਾ। ਉਹ ਜਿਹਨੂੰ ਪਿਆਸ ਲੱਗੀ ਹੁੰਦੀ ਆ, ਉਹ ਤਾਂ ਕਹਿੰਦਾ ਲਿਆ ਬੋਤਲ ਜਰਾ, ਮੈਨੂੰ ਪਿਆਸ ਲੱਗੀ ਆ, ਪੈਸੇ ਵੀ ਬਾਅਦ ਚ ਕੱਢ ਕੇ ਦੇ ਦਿੰਦਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਹੈ ਨਾ, ਉਹ ਕਹਿੰਦਾ ਕੋਈ ਜਨ ਹਰ ਸਿਉ ਦੇਵੇ, ਮੈਨੂੰ ਕੋਈ ਜੋੜੇ ਤੇ ਸਹੀ, ਬਾਣੀ ਨਾਲ ਜੋੜੇ ਤੇ ਸਹੀ, ਕੋਈ ਰੱਬ ਦਾ ਪਿਆਰਾ। ਤੇ ਸਾਧ ਸੰਗਤ ਇਹਨਾਂ ਨੇ ਸੁਣੀ ਜਦੋਂ ਬਾਣੀ ਨਾ, ਐਸਾ ਇਹ ਪਿਆਲਾ ਅੰਦਰ ਗਿਆ। ਮੈਂ ਇੱਕ ਗੱਲ ਸੋਚ ਰਿਹਾ, ਜੇ ਸ਼ਰਾਬ ਅੰਦਰ ਜਾਂਦੀ ਤੇ ਸ਼ਰਾਬ ਅਸਰ ਕਰਦੀ ਹੈ ਉਹ ਝੂਠਾ ਨਸ਼ਾ। ਸ਼ਾਮ ਨੂੰ ਪੀਓ ਤੇ ਸਵੇਰੇ ਉਤਰ ਜਾਂਦਾ। ਜੇ ਝੂਠਾ ਨਸ਼ਾ ਚੜ ਜਾਂਦਾ, ਕੀ ਗੱਲ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋਗੇ ਤੇ ਇਹ ਨਸ਼ਾ ਨਹੀਂ ਚੜੇਗਾ। ਮਹਾਂਪੁਰਸ਼ ਦਾਸ ਦੇ ਪਿਤਾ ਜੀ ਇਹ ਧਾਰਨਾ ਪੜ੍ਹਦੇ ਨੇ, ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ, ਸਦਾ ਰੰਗ ਚੜੇ ਰਹਿੰਦੇ ਨੇ। ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ, ਸਦਾ ਰੰਗ ਚੜੇ ਰਹਿੰਦੇ ਨੇ। ਪਿਆਲੇ ਤੇਰੇ ਨਾਮ ਦੇ, ਸਦਾ ਰੰਗ ਚੜੇ। ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ, ਸਦਾ ਰੰਗ ਚੜੇ ਰਹਿੰਦੇ।
ਚੜੇ ਰਹਿੰਦੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿੰਦੇ ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਸਦਾ ਰੰਗ ਚੜੇ ਰਹਿੰਦੇ ਨੇ ਸਦਾ ਰੰਗ ਵਾਹਿਗੁਰੂ 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 ਇੱਕ ਬਿਨਾ ਸਤਿਗੁਰ ਵਾਹਿਗੁਰੂ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਉਹ ਛੋਟਾ ਜਨਮ ਆਕਾਰ ਬਖੋਇਆ ਹਰ ਕੀ ਭਗਤ ਨਾ ਕੀਤੀ ਆਕੇ ਸਮਝ ਚਲੋ ਨੰਦ ਲਾਲਾ ਪਾਛੇ ਬੀਤੀ ਸੋ ਬੀਤੀ आगे समझ चलो नंद लाला पाछे जो बीती आखो सतनाम श्री वाहिगुरु। ये प्याला आ अद्धा घंटा बह के रोज इस प्याले नू छकिया करो पिया करो। ये ऐसा प्याला है ना
ਜਿਹਦੇ ਅੰਦਰ ਚੱਲ ਜਾਂਦਾ ਹੈ ਨਾ, ਤੇ ਸਾਧ ਸੰਗਤ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਨਾਹੀ ਮਿਟਾਵੋ। ਹੁਣ ਇਹਨਾਂ ਨੇ ਸੁਣ ਲਿਆ ਇਹ ਸ਼ਬਦ, ਕਹਿੰਦੇ ਜੀ ਸਾਡੇ ਵੀ ਕੱਟੇ ਜਾਣਗੇ, ਅਸੀਂ ਤਾਂ ਤੁਹਾਡੇ ਧਰਮ ਦੇ ਬੰਦੇ ਹੀ ਨਹੀਂ ਹੈਗੇ, ਅਸੀਂ ਤਾਂ ਹੈ ਹੀ ਮੁਸਲਮਾਨ। ਸਿੱਖ ਕੈਸਾ? ਸਿੱਖ ਕਹਿੰਦਾ ਬਾਣੀ ਸਾਰੇ ਧਰਮਾਂ ਦੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਧਰਮਾਂ ਦੀ ਬਾਣੀ ਹੈ, ਸਾਰੇ ਭਗਤਾਂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਸਾਡਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਆ। ਤੁਸੀਂ ਪੜ੍ਹ ਲਓ, ਤੁਹਾਡਾ ਭਲਾ ਹੋ ਜਾਏ। ਲਓ ਜੀ, ਮੁਸਲਮਾਨਾਂ ਨੇ ਵੀ ਪੜ੍ਹਨਾ ਸ਼ੁਰੂ ਦਿੱਤਾ, ਪਰ ਬੜਾ ਇਹ ਵੀ ਮਾਰਗ ਨਾ, ਇੰਤਜ਼ਾਰ ਕਰਨੀ ਬੜੀ ਔਖੀ ਹੈ। ਬੰਦਾ ਬੰਦੇ ਲਈ ਇੰਤਜ਼ਾਰ ਕਰ ਲੂਗਾ, ਜੇ ਇੰਤਜ਼ਾਰ ਕਰਨਾ ਪਵੇ ਨਾ ਬੰਦੇ ਲਈ ਇੰਤਜ਼ਾਰ ਕਰ ਲੇਗਾ, ਪਰ ਗੁਰੂ ਸਾਹਿਬ ਲਈ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੈ। ਨਹੀਂ, ਇਹ ਰੱਬ ਦੇ ਵਾਸਤੇ ਇੰਤਜ਼ਾਰ ਨਹੀਂ ਕਰਦਾ, ਬਾਣੀ ਪੜ੍ਹ ਕੇ ਇੰਤਜ਼ਾਰ ਨਹੀਂ ਕਰਦਾ। ਤੁਸੀਂ ਪਾਠ ਕਰਕੇ ਦੇਖੋ। ਇੱਕ ਵਾਰੀ ਸਿੱਖਾਂ ਨੇ ਕਿਹਾ ਸੀ, ਮਹਾਰਾਜ ਅਸੀਂ ਤੁਹਾਡਾ ਪਾਠ ਕਰਦੇ ਆਂ, ਪਿੱਛੋਂ ਸਾਡੇ ਬੱਚੇ ਕਿਸੇ ਮਾੜੇ ਕੰਮ 'ਚ ਪੈ ਜਾਣ, ਸਾਨੂੰ ਵੀ ਸਾਰਿਆਂ ਨੂੰ ਆਪਣੇ ਆਪਣੇ ਬੱਚਿਆਂ ਦੀ ਚਿੰਤਾ ਆ, ਧਿਆਨ ਦੇਣਾ। ਕਹਿੰਦੇ ਮਹਾਰਾਜ ਜੇ ਸਾਡੇ ਬੱਚੇ ਮਾੜੇ ਪਾਸੇ ਪੈ ਜਾਣ ਫਿਰ ਅਸੀਂ ਕੀ ਕਰੀਏ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਗੱਲ ਦੱਸ ਭਾਈ, ਤੂੰ ਕੀ ਕੰਮ ਕਰਦਾ? ਕਹਿੰਦਾ ਜੀ ਮੈਂ ਰਾਜੇ ਦੇ ਨਾਲ ਉਹਦਾ ਬਾਡੀਗਾਰਡ ਆ, ਜਿੱਧਰ ਨੂੰ ਉਹਨੇ ਜਾਣਾ ਉਧਰ ਨੂੰ ਮੈਂ ਜਾਣਾ, ਉਹਦੇ ਘੋੜੇ ਦੇ ਮਗਰ ਮਗਰ ਜਾਈਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਗੱਲ ਦੱਸ, ਜੇ ਰਾਜੇ ਦਾ ਘੋੜਾ ਬਿਮਾਰ ਹੋ ਜੇ ਤਾਂ ਤੈਨੂੰ ਕੋਈ ਚਿੰਤਾ ਹੈ? ਕਹਿੰਦੇ ਨਹੀਂ। ਜੇ ਰਾਜੇ ਦੇ ਘੋੜੇ ਨੂੰ ਚਾਰਾ ਨਾ ਪਵੇ, ਉਹਨੂੰ ਖਾਣ ਨੂੰ ਕੁਝ ਨਾ ਪਵੇ, ਤੈਨੂੰ ਚਿੰਤਾ ਹੈ? ਕਹਿੰਦਾ ਨਹੀਂ। ਕਹਿੰਦੇ ਤੈਨੂੰ ਕਿਉਂ ਚਿੰਤਾ ਨਹੀਂ? ਕਹਿੰਦੇ ਉਹ ਘੋੜਾ ਰਾਜੇ ਦਾ ਤੇ ਚਿੰਤਾ ਵੀ ਰਾਜੇ ਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਸ ਗੱਲ ਇਹੀ ਹੈ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਵੇਂ ਘੋੜਾ ਰਾਜੇ ਦਾ ਤੇ ਚਿੰਤਾ ਵੀ ਉਹਦੀ ਹੈ, ਤੂੰ ਆਪਣਾ ਪਰਿਵਾਰ ਗੁਰੂ ਨੂੰ ਭੇਟਾ ਕਰਦੇ, ਫਿਰ ਤੇਰੀ ਚਿੰਤਾ ਵੀ ਗੁਰੂ ਆਪ ਕਰੇ। ਹੁਣ ਇਹਨਾਂ ਨੇ ਜਪਣਾ ਤੇ ਗੁਰੂ ਤੱਕ ਫਰਿਆਦ ਪਹੁੰਚੀ। ਰੋਜ਼ ਅਰਦਾਸਾਂ ਕਰਦੇ ਸੀ। ਰੋਜ਼ ਮੈਂ ਇੱਕ ਧਾਰਨਾ ਪੜਦਾ, ਸਾਰੇ ਬੋਲਿਓ ਜਰਾ, ਇਹ ਗੱਲ ਨੂੰ ਨਾ ਆਪਣੇ ਅੰਦਰ ਲੈ ਜਿਓ। ਜਿੱਥੇ ਚੱਲ ਕੇ ਪ੍ਰਭੂ ਜੀ ਆ ਗਏ, ਜਿੱਥੇ ਨਾਮ ਆ ਗਿਆ ਉਥੇ ਕਮੀ ਰਹਿ ਜੂ ਕਿਹੜੀ ਗੱਲ ਦੀ। ਜਿੱਥੇ ਚੱਲ ਕੇ ਪ੍ਰਭੂ ਜੀ ਆ ਗਏ, ਕਮੀ ਰਹਿ ਜੂ ਕਿਹੜੀ ਗੱਲ ਦੀ। ਚੱਲ ਕੇ ਪ੍ਰਭੂ ਜੀ ਆ ਗਏ, ਕਮੀ ਰਹਿ ਜੂ ਕਿਹੜੀ ਗੱਲ ਦੀ। ਚੱਲ ਕੇ ਪ੍ਰਭੂ ਜੀ ਆ ਗਏ, ਕਮੀ ਰਹਿ ਜੂ ਕਿਹੜੀ ਗੱਲ ਦੀ। ਆਜੋ ਸਤਿਗੁਰ ਮੇਰੇ ਮਨ ਦਰਸ਼ਨਾਂ ਨੂੰ ਲੋਚਦਾ, 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 ਆਜੋ ਸਤਿਗੁਰ ਮੇਰੇ ਦਰਸ਼ਨਾਂ ਨੂੰ ਲੋਚਦਾ, ਆਜੋ ਸਤਿਗੁਰ ਮੇਰੇ ਦਰਸ਼ਨਾਂ ਨੂੰ ਲੋਚਦਾ, 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 ਦਰਸ਼ਨਾਂ ਨੂੰ ਲੋਚਦਾ। ਆਜੋ 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 ਸਤਿਗੁਰ ਮੇਰੇ ਮਨ ਦਰਸ਼ਨਾਂ ਨੂੰ ਲੋਚਦਾ, ਆਜੋ ਸਤਿਗੁਰ ਮੇਰੇ ਮਨ ਦਰਸ਼ਨਾਂ ਨੂੰ ਲੋਚਦਾ, ਮੇਰੇ
वाले तक पहुंच गई। दुनिया दे विच केवल इको एक जेल है, ऊने सतारे दी, जिथे गुरु गोबिंद सिंह महाराज चल के आए ते रुस्तम राओ ते बाला राओ नूं पढ़दियां पढ़दियां सतगुर सिख के बंधन काटे गुर का सिख बेकार ते ये शब्द पढ़दियां पढ़दियां बाजा वाले सतगुरां ने जेल चों कढ के ते बाहर ले आंदा। बोले सो निहाल श्री अकाल। नाले ये गल कही, कहंदे नांदेड़ संगतां बहुत बैराग कर रही ने, पहला काम करो संगतां नूं दसो गुरु किते नहीं गया, सो सतगुर प्यारा मेरे नाल है। गुरु नाल है। दूसरा माई भागो नूं भाई संतोख सिंह जी नूं कह के बुलाओ, इस इलाके च प्रचार कराओ। ते माई भागो ने फिर उस जगह ते प्रचार किया ते गुरु गोबिंद सिंह महाराज जी नूं फिर इन्हां मुसलमानां ने कहा सी, अज भी वो मुसलमान उन्हां दी वंश जिहड़ी है हजूर साहब मत्था टेकण आउंदी है, जिन्हां नूं गुरु गोबिंद सिंह महाराज ने जेल चों रिहा कराया। उन्हां दी ये शरधा सी, सतगुर सिख के बंधन काटे गुर का सिख बेकार ते हटे। मनमाड़ जाओ ते अज भी उन्हां दे नाम दा गुरुद्वारा साहब बनिया होया, गुरुद्वारा गुप्तसर साहब। मैं देखिया एक किला 1500 साल पुराना, अंदर घाह उगया पिया, कोई पुछदा नहीं, पर जिथे रब दे प्यारे बैठ के सुखमनी साहब का जाप करते रुस्तम राओ ते बाला राओ, वो मुसलमाना दे अस्थान नूं अज सारा संसार सिजदा करदा पिया। वो उन्होंने बाणी ना प्यार किया, जिनी नाम ध्याया गए मसकत। आओ बाणी ना प्यार करिए, टाइम पूरा हो गया। एक बार ये धरती नूं सिजदा करदे आ जिहड़ी धारणा तो कीर्तन शुरू कीता सी। किरपालपुरे दिए धरती तेनू बंदना बारे, किरपालपुरे दिए धरती तेनू बंदना बारो बार करा। किरपालपुरे दिए धरती तेनू बंदना बारो बार करा। किरपालपुरे दिए धरती तेनू बंदना बारो बार करा। किरपालपुरे दिए तेनू बंदना बारो बार करा। जेड़े प्यार करते ना आसान नाल वो तो बोलियो, जेड़े नहीं करते भावे ना बोलियो। किरपालपुरे दिए धरती तेनू बंदना बारो, किरपालपुरे दिए धरती तेनू बंदना बारो बार करा। किरपालपुरे दिए धरती तेनू बंदना बारो बार करा। किरपालपुरे दिए धरती तेनू बंदना बारो बार करा। जिथे आए संत प्यारे मैं बंदना बारो, जिथे आए रब दे प्यारे मैं बंदना बारो बार करा। रब दे प्यारे मैं बंदना बार करा। जिथे आए रब दे प्यारे मैं बंदना बारो बार आए रब दे प्यारे बंदना बारो बार मैं बंदना बारो बार करा। बंदना बारो बार करा। बंदना बारो बार करा। मैं बंदना बार करा। तेरे साधुआं उत्तों मैं बंदना बारो, मैं बंदना बारो बार करा। तेरे साधुआं उत्तों मैं बंदना बारो बार करा। बंदना बारो बार करा। जिना जपिया सतगुर प्यारा, जिना जपिया कलगियां वाला, जिना जपिया सतगुर प्यारा।
ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਗੇ ਗੁਰ ਸਿੱਖੀ ਸੋ ਬਨ ਭਾਇਆ ਗੁਰ ਸਿੱਖੀ ਸੋ ਬਨ ਭਾਲਿਆ ਲੈ ਧੂੜ ਮੁਖ ਲਾਵਾ ਗੁਰ ਸਿੱਖਾਂ ਕੀ ਗਾਲ ਖਾਈ ਹੋਈ ਗੁਰ ਸਿੱਖਾਂ ਕੀ ਗਾਲ ਖਾਈ ਹੋਈ ਜਿਨ ਹਰ ਨਾਮ ਤੇ ਆਵਾ ਜਨ ਨਾਨਕ ਸਤਿਗੁਰ ਪੂਜਿਆ ਵਾਹਿਗੁਰੂ ਜਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਆਓ ਇਤਨਾ ਕੁ ਸਮਾਂ ਕਰੋ ਪ੍ਰਵਾਨ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰੂ ਦੀ ਗੱਲ ਸੁਣਾਉਂਦਿਆਂ ਬੇਅੰਤ ਗਲਤੀਆਂ ਹੋ ਜਾਂਦੀਆਂ ਗੁਰੂ ਕੀ ਸੰਗਤ ਬਖਸ਼ਣਯੋਗ ਹੋ ਬਖਸ਼ ਲੈਣਾ ਅਤੀ ਸਤਿਕਾਰਯੋਗ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਤ ਬਾਬਾ ਬਲਜੀਤ ਸਿੰਘ ਜੀ ਤਿਨਾਂ ਦਾ ਬਹੁਤ ਸਤਿਕਾਰ ਤੇ ਧੰਨਵਾਦ ਹੈ ਜਿਹੜੇ ਸਾਨੂੰ ਨਿਮਾਣਿਆਂ ਨੂੰ ਆਪ ਸਭ ਸੰਗਤਾਂ ਦੇ ਚਰਨਾਂ ਦੀ ਧੂੜੀ ਹਰ ਸਾਲ ਹੀ ਨਿਵਾਜਦੇ ਨੇ ਬਖਸ਼ਦੇ ਨੇ ਸਮਾਂ ਵਰਨਾ ਸਾਡੇ ਵਿੱਚ ਕੋਈ ਵੀ ਕੀਰਤਨ ਕਰਨ ਵਾਲਾ ਕੋਈ ਵੀ ਗੁਣ ਨਹੀਂ ਹੈ ਕਥਾਵਾਚਕਾਂ ਵਾਲਾ ਕੋਈ ਵੀ ਗੁਣ ਨਹੀਂ ਹੈ ਇਹ ਪਿਤਾ ਮਹਾਂਪੁਰਸ਼ ਸੰਤ ਬਾਬਾ ਸਰੂਪ ਸਿੰਘ ਜੀ ਜਿਨ੍ਹਾਂ ਦਾ ਕੀਰਤਨ ਸੁਣ ਸੁਣ ਕੇ ਸੰਗਤ ਕਰ ਕਰਕੇ ਆਪ ਜੀ ਦੇ ਜੋੜੇ ਝਾੜਨ ਦੇ ਯੋਗ ਹੋਏ ਆ ਸੋ ਇਹ ਧਰਤੀ ਨੂੰ ਕਰੋੜਾਂ ਵਾਰ ਸਿਜਦਾ ਹੈ ਕਿੰਨਾ ਜਾਪ ਕਿੰਨੀ ਬਾਣੀ ਦਾ ਪ੍ਰਵਾਹ ਹੋਰ ਕਿੰਨੇ ਮਹਾਂਪੁਰਸ਼ਾਂ ਦੇ ਚਰਨ ਇਸ ਸਥਾਨ ਤੇ ਪੈ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਡਿਆਈ ਹੈ ਵਰਨਾ ਮੈਂ ਚੰਡੀਗੜ੍ਹ ਤੋਂ ਪਟਿਆਲੇ ਤੱਕ ਕਿੰਨੇ ਹੀ ਗੁਰਦੁਆਰੇ ਦੇਖੇ ਤੇ ਰੌਣਕਾਂ ਕਿਸੇ ਕਿਸੇ ਗੁਰੂ ਘਰ ਵਿੱਚ ਹੈ ਸਤਿਗੁਰ ਹੋਏ ਦਿਆਲਤਾ ਹਰ ਰੰਗ ਇਹ ਰੰਗ ਜਿਹੜਾ ਹੈ ਗੁਰੂ ਦੀ ਦਿਆਲਤਾ ਦੀ ਨਿਸ਼ਾਨੀ ਹੈ ਸੋ ਆਓ ਰਹਿੰਦੇ ਦਿਨਾਂ ਦਾ ਵੀ ਆਪ ਜੀ ਨੇ ਲਾਹਾ ਲੈਣਾ ਹੈ ਤੇ ਸਤਿਗੁਰ ਜੀ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਜਿਹੜਾ ਰੰਗ ਮਹਾਂਪੁਰਸ਼ਾਂ ਨੂੰ ਚੜਿਆ ਨਾ ਨਾਮ ਦਾ ਤੇ ਇਹੀ ਰੰਗ ਸਾਨੂੰ ਵੀ ਚੜੇ ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਬਣ ਜਾਵੇ ਸਿਆਣੇ ਕਹਿੰਦੇ ਨੇ ਬੀਜ ਧਰਤੀ 'ਚ ਟੇਢਾ ਪਾ ਦਿਓ ਸਿੱਧਾ ਪਾ ਦਿਓ ਤਿਰਛਾ ਪਾ ਦਿਓ ਉਗਦਾ ਸਿੱਧਾ ਹੀ ਹੈ ਉਗਦਾ ਸਿੱਧਾ ਹੀ ਹੈ ਨਾਮ ਖੜ ਕੇ ਜਪ ਲਓ ਬਹਿ ਕੇ ਜਪ ਲਓ ਤੁਰਦਿਆਂ ਜਪ ਲਓ ਉਹਨੇ ਤੁਹਾਨੂੰ ਫਲ ਦੇ ਹੀ ਦੇਣਾ ਅੱਗ ਦਾ ਸੁਭਾਅ ਸਾੜਨ ਦਾ ਕੋਈ ਚੀਜ਼ ਪਾ ਦੇ ਉਹਨੇ ਸਾੜ ਦੇਣੀ ਉਹਨੇ ਫਨਾ ਫਿਲਾ ਕਰ ਦੇਣੀ ਇਸੇ ਹੀ ਤਰੀਕੇ ਦੇ ਨਾਲ
ਜਿਹੜੇ ਬਾਣੀ ਪੜ੍ਹਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ, ਇਹ ਉਹ ਅਗਨੀ ਹੈ ਜਿਹੜੀ ਸਾਡੇ ਪਾਪਾਂ ਨੂੰ ਸਾੜ ਕੇ ਖਤਮ ਕਰ ਦਿੰਦੀ ਹੈ ਤੇ ਸਾਨੂੰ ਗੁਰੂ ਦਾ ਰੂਪ ਬਣਾ ਦਿੰਦੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰ ਤਾਂ ਪਾਇਆ ਹੈ ਜਿਸੇ ਜੀਵਨ ਬੱਧੀਆਂ ਗਾਇਆ। ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਗਾਵੋ ਹਰੀ ਮੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਗੂ ਸਦਾ ਰਹੋ ਹਮ ਨਾਲੇ। ਨਾਲ ਰੋ ਤੂੰ ਮਨ ਮੇਰੇ ਦੂਤ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਆਪ ਸਭ ਨਿਵਾਰਨਾ। ਸਭਨਾ ਦਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਤੇਰੇ ਨਾਨਕ ਮਨ ਮੇਰੇ ਕਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਅਰਥਾਂ ਤੇਰਾ ਸੰਤ ਹੈ ਨਿਤੇ ਵੇ ਤੂੰ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਰੇ। ਜਿਨ ਕੇ ਮਨ ਬਚਿਆ ਵਾਦੇ ਸ਼ਬਦ ਕਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ। ਸਾਚਾ ਮੇਰਾ ਆਧਾਰ ਸਤ ਨਾਮ ਆਧਾਰ ਮੇਰਾ ਦਿਨ। ਸਭ ਗਵਾਇਆ। ਨਾਥ ਮਨ ਲੈ ਵਸਿਆ ਦਿਨ ਸਭ 부ਝਾਈਆਂ। ਗੁਰਬਾਨ ਕੀਤਾ ਗੁਰ ਵਿਟੋ ਨਿਸਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ। ਮੇਰਾ ਆਧਾਰ ਵਾਜੇ ਰਾਜ ਭਾਗੇ। ਹਰ ਸੁਭਾਗੇ ਸ਼ਬਦ ਰਾਜੇ ਕਲਾ ਗੁਰ ਧਾਰਿਆ। ਪੰਜ ਦੂਤ ਬੁੱਧ ਵਸ ਕੀਤੇ ਬਾਲ ਕਟ ਕੁਮਾਰਿਆ। ਪਰਮ ਪਾਇਆ ਤੁਜਿਨ ਕੌਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖੁਆ ਕਰਿਆ ਨਿਹਤ ਰਾਜੇ। ਅੰਧ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਹਾਰ ਬ੍ਰਹਮ ਪ੍ਰਭ ਪਾਇਆ ਤੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਿ ਪੈ ਕਰਤੇ ਪੂਰੇ ਗੁਰ ਸੇ ਜਾਣੀ। ਇਹ ਬਨੀਤ ਕਹਤੇ ਬਈ ਸਤਿਗੁਰ ਰਹਿਆ ਭਰਪੂਰ। ਜਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤੇ। ਨਹੀਂ ਸੁਰਾਤ ਤੋਂ ਦਾਈ ਦਾਇਆ ਖੇਲੇ ਸਗਲ ਜਗ ਉਹ ਚੰਗਿਆਈਆਂ ਬੁਰਿਆਈਆਂ ਵਾਜੇ ਕਰਮਾ ਦੂਰ। ਕਰਮੀਆਂ ਤੋਂ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਕਏ ਮਸਕਤ ਕਾਲ। ਤੇ ਮੁਖ ਰੁਜਨੇ ਕੇ ਪਿਛੋਈ ਨਾਲ। ਨਾਨਕ ਨਾਮ ਚੜ੍ਹਦੀ ਕਲਾ। ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਬਾਣੇ ਹੋਵੇ ਸਰਬੱਤ ਦਾ ਭਲਾ। ਤੇਰੇ ਬਾਣੇ ਹੋਏ ਸਰਬੱਤ ਦਾ ਭਲਾ। ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪੈਰਦਾਸ ਜੀਓ ਪਿੰਡ ਸਭ ਤੇਰੀ ਰਾਹ। ਤੁਮ ਮਾਤ ਪਿਤਾ ਮੁਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਨੇਰੇ। कोई न जाने तुमरा अंत ऊंचे ते ऊंचा पग
सगर समगरी तुम रे सूत्र तारी तुम ते होए सो आज्ञा तुमरी गातो में तो तुम ही जानी नानक दास तो दे आगे अरदास हमारी जियो पिंड सब कहो नानक सब तेरी वड्याई कोई ना न जाने। वाहिगुरु 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 साहिब जियो तिन्ने ताप निवारण हारा दुख हंता सुख रास ताको विघ्न न को लागै जाकी प्रभ आगे अरदास अरदास एक ओंकार श्री वाहिगुरु जी की फतेह। श्री भगवती जी सहाय वार श्री भगवती जी की पातशाही दसवें प्रथम भगवती सिमर कै गुरु नानक ली ते आए फिरंगत गुर ते अमरदास रामदासी होए सहाय अर्जुन हर गोबिंद नूं सिमरो श्री हर राय। श्री हर कृष्ण जी ते आईए डिठे सब दुख जाए गुरु तेग बहादुर सिमरिया घर नौ निदया वै धाए सब थाई होए सहाय। दसवें पातशाह साहिब श्री गुरु गोबिंद सिंह जी महाराज सब थाई होए सहाय। दशा पातशाहां दी जगदी जोत धन 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 साहिब श्री गुरु ग्रंथ साहिब महाराज जियां दा ध्यान धर के खालसा साहिब बोलो जी। पंजा प्यारियां चौहां साहिबजादियां 40 मुक्तियां हटियां जपियां तपियां जिन्हां नाम जपिया वंड के छकिया देग चलाई तेग बाही देख के अंडट कीता तिन्हां प्यारियां सचियारियां दी पावन पवित्र कमाई दा ध्यान धर के खालसा साहिब बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सी दिते बंद बंद कटाए खोपरियां लाइनां चरखड़ियां ते चढ़े तन आरियां नाल चिराए गए गुरद्वारियां दी सेवा लई कुर्बानियां कीतियां धर्म नहीं हारिया तेरे भाणे नूं मिठा करके मन्निया। तिन्हां ਸਿੰਘਾਂ ਸਿੰਘਣੀਆਂ ਭੁਝੰਗੀਆਂ दी कमाई दा ध्यान धर के खालसा साहिब बोलो जी। पंजां तख्तां सरबत गुरद्वारियां दा ध्यान धर के खालसा साहिब बोलो जी। प्रथम मैं सरबत खालसा जी की अरदास है जी। सरबत खालसा जी को वाहेगुरु 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 नाम चित आवै नाम चित आवन का सदका सर्व सुख होवै। जहाँ जहाँ खालसा जी साहिब तहाँ तहाँ रचया रियाए तो देग तेग फतेह बिरद की पैर पंथ की जीत श्री साहिब जी सहाय। खालसा जी के बोल वाले बोलो जी। सिखां दा मन नीमा मत उची मत पत का राखा आप अकाल पुरख वाहिगुरु बख्शना जी अपने सिखां नूं सिੱਖੀ दान केस दान रहत दान विवेक दान विसाहो दान भरोसा दान दाना सिरदान नाम दान श्री ਅੰਮ੍ਰਿਤਸਰ ਸਾਹਿਬ जी दे दर्शन इशनान चौकियां झंडे बुंगे जुगो जुग अटल धर्म का जयकार बोलना जी। हे निमाणिਆਂ ਦੇ ਮਾਣ सतगुरु निताणिਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਪ੍ਰਵਾਨ ਕਰਨੀ। आप जियां दे दरों घरों बरसाए परम पूजनीक 111 श्रीमान संत बाबा कृपाल सिंह जी महाराज उन्हां दे चरण सेवक 108 श्रीमान संत बाबा नाहर सिंह जी महाराज जियां दी सालाना 35वीं वरसी ਅਤੇ श्रीमान संत बाबा बंद सिंह जी खेड़ी कौड़ियां वाले महापुरुषां दी सालाना 14वीं वरसी नूं मुख रखदे होया आप जियां दे तप अस्थाना गुरद्वारा कृपालपुरा साहिब खेड़ी गौड़ियां विखे 1 जुलाई तो लैके लड़ीवार श्री अखंड पाठ साहिब आरंभ ने जी। आप जियां दी महान महान किरपा हुई सच्चे पातशाह जी और रोजाना दी तरह कलयुग में कीर्तन प्रधाना गुरमुख जपिया लाए ध्याना दे महावाकां अनुसार अज 30वां दीवान महापुरुषों वालों सजाया गया गुरबाणी गुरु इतिहास दीयां विचारां करदियां इन्हां बेअंत भुल्लां दी खिमा बख्शनी
ਅੱਗੋਂ ਵਾਸਤੇ ਸ਼ੁੱਧ ਗੁਰਬਾਣੀ ਪੜ੍ਹਨ ਦੀ, ਸ਼ੁੱਧ ਕੀਰਤਨ ਕਰਨ ਦੀ ਸਮੱਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਉੱਚ ਭਾਵ ਸਾਡੇ ਸਮੂਹ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ਣਾ। ਦਿਵਸ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ ਹੈ, ਰਾਤਰੀ ਆਈ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਾਉਣੀ। ਨਗਰ ਇਲਾਕੇ ਵਿੱਚ ਸੁਖ ਸ਼ਾਂਤੀ ਰੱਖਣੀ। ਸਮੂਹ ਸੰਗਤ ਨੂੰ ਨਾਮ ਦੀ ਦਾਤ ਗੁਰਸਿੱਖੀ ਦਾ ਜੀਵਨ ਬਖਸ਼ਣਾ, ਆਪਣੇ ਅਸਥਾਨਾਂ ਦੀ ਚੜ੍ਹਦੀ ਕਲਾ ਕਰਨੀ। ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਦਾ ਜੀਵਨ ਬਖਸ਼ ਕੇ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਸਿਮਰਨ ਕਰਾਉਣ ਦੇ ਬਲ ਉਦਮ ਬਖਸ਼ਿਸ਼ ਕਰਨੇ ਜੀ। ਹੋਰ ਜੋ ਮਾਈ ਭਾਈ ਬੱਚੇ ਤਿਲਫੁਲ ਲੈ ਕੇ ਹਾਜ਼ਰ ਹੋਏ ਨੇ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਚੱਲੇ ਹੋਏ ਕਦਮ ਕਦਮ ਲੇਖੇ ਲਾਉਣੇ, ਸਮੂਹ ਸੰਗਤ ਨੂੰ ਨਾਮ ਜਪਣ ਕਿਰਤ ਕਰਨ ਵੰਡ ਛਕਣ ਦੀ ਦਾਤ ਬਖਸ਼ਣੀ। ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਜੀ। ਆਪ ਜੀ ਭੋਗ ਲਾਓ, ਲੱਗਿਆ ਭੋਗ ਸਾਧ ਸੰਗ ਵਿੱਚ ਵਰਤੇ। ਜੋ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ, ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਰੋ ਕਿਰਪਾ ਚੱਲਦੇ ਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ 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 ਕਰੋ। ਸਹੀ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿੱਤ ਆਵੈ। ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਚੱਲ ਰਹੇ ਲੜੀਵਾਰ ਸਮਾਗਮ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੇ ਸਪੁੱਤਰ ਭਾਈ ਗੁਰਪ੍ਰੀਤ ਸਿੰਘ ਜੀ ਮਨੀ, ਜਿਨ੍ਹਾਂ ਨੇ ਸੰਗਤਾਂ ਨੂੰ ਬੜਾ ਹੀ ਰਸ ਭਿੰਨਾ ਕੀਰਤਨ ਸੁਣਾ ਕੇ ਨਿਹਾਲ ਕੀਤਾ। ਮਹਾਂਪੁਰਸ਼ਾਂ ਦਾ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਵੱਲੋਂ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ, ਸਮੂਹ ਜਥੇ ਨੂੰ ਜੀ ਆਇਆਂ ਨੂੰ, ਜਿਨ੍ਹਾਂ ਨੇ ਇੰਨੀ ਦੂਰ ਤੋਂ ਚੱਲ ਕੇ ਆ ਕੇ ਮਹਾਂਪੁਰਸ਼ਾਂ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਆ ਕੇ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ। ਤਹਿ ਦਿਲੋਂ ਧੰਨਵਾਦ ਸਮੂਹ ਸੰਗਤ ਵੱਲੋਂ, ਮਹਾਂਪੁਰਸ਼ਾਂ ਵੱਲੋਂ। ਸੋ ਕੱਲ੍ਹ ਨੂੰ ਵੀ ਭਾਈ ਗੁਰਪ੍ਰੀਤ ਸਿੰਘ ਜੀ ਮਨੀ ਇਸੇ ਤਰ੍ਹਾਂ ਸੰਗਤਾਂ ਨੂੰ ਸਾਧ ਸੰਗਤ ਜੀ ਕੀਰਤਨ ਦੇ ਨਾਲ ਨਿਹਾਲ ਕਰਨਗੇ। ਇੱਕ ਵਾਰੀ ਫੇਰ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਵੱਲੋਂ ਤੇ ਕੱਲ੍ਹ ਨੂੰ ਮਹਾਂਪੁਰਸ਼ ਅੰਮ੍ਰਿਤ ਵੇਲੇ ਰਾਤਰੀ ਦਾ ਦੀਵਾਨ ਅਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਵੀ ਕੀਰਤਨ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਭਾਈ ਬੜੇ ਪਿਆਰ ਸਤਿਕਾਰ ਦੇ ਨਾਲ ਇਸੇ ਰਹਿੰਦੇ ਸਮਾਗਮ ਦੇ ਭਾਈ ਲਾਹੇ ਲੈਣੇ ਨੇ। ਸੋ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਹੁਣ ਗੁਰੂ ਮਹਾਰਾਜ ਜੀਆਂ ਦੀ ਦੇਗ ਗੁਰੂ ਕੇ ਲੰਗਰ ਤਿਆਰ ਨੇ। ਸਾਰੀਆਂ ਸਿੱਖ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਲੋੜ ਮੁਤਾਬਕ ਛਕ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਾਧ ਸੰਗਤ ਜੀ ਜਾਣਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਵਾਰੀ ਫੇਰ ਮਹਾਂਪੁਰਸ਼ਾਂ ਦਾ ਸਮੂਹ ਸੰਗਤ ਵੱਲੋਂ, ਮਹਾਂਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਸਾਰੀਆਂ ਸੰਗਤਾਂ ਨੂੰ ਭਾਈ ਕੱਲ੍ਹ ਨੂੰ ਫੇਰ ਇਸੇ ਤਰ੍ਹਾਂ ਸਮੇਂ ਤੇ ਪਹੁੰਚ ਕੇ ਰਹਿੰਦੇ ਸਮਾਗਮਾਂ ਦੇ ਸਾਧ ਸੰਗਤ ਜੀ ਲਾਹੇ ਲੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।